ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ ਸਲੋਕ। ਮੱਛੀ ਤਾਰੂ ਕਿਆ ਕਰੈ, ਪੰਖੀ ਕਿਆ ਆਕਾਸ। ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ। ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸ। ਕੁੱਤੇ ਚੰਦਨ ਲਾਈਐ, ਭੀਸੋ ਕੁੱਤੀ ਧਾਤ। ਬੋਲਾ ਜੇ ਸਮਝਾਈਐ, ਪੜ੍ਹੀਐ ਸਿਮਰਤ ਪਾਠ। ਅੰਧਾ ਚਾਨਣ ਰੱਖੀਐ, ਦੀਵੇ ਬਲਹਿ 50। ਚੋਇਨੇ ਸੋਇਨਾ ਪਾਈਐ, ਚੁਣ ਚੁਣ ਖਾਵੈ ਘਾਸ। ਲੋਹਾ ਮਾਰਨ ਪਾਈਐ, ਢਹਿ ਨ ਹੋਏ ਕਪਾਸ। ਨਾਨਕ ਮੂਰਖ ਇਹ ਗੁਣ, ਬੋਲੇ ਸਦਾ ਵਿਨਾਸ਼। ਲੋਹਾ ਮਾਰਨ ਪਾਈਐ, ਢਹਿ ਨ ਹੋਏ ਕਪਾਸ। ਨਾਨਕ ਮੂਰਖ ਇਹ ਗੁਣ, ਬੋਲੇ ਸਦਾ ਵਿਨਾਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ ਸਲੋਕ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ। ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸ। ਵਾਹਿਗੁਰੂ। ਇਹ ਪਵਿੱਤਰ ਬਚਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 143 ਉੱਪਰ ਸੁਭਾਏਮਾਨ। ਇਸ ਪਵਿੱਤਰ ਸ਼ਬਦ ਵਿੱਚ ਕਈ ਸਾਰੀਆਂ ਉਦਾਹਰਨਾਂ ਸਤਿਗੁਰਾਂ ਨੇ ਦਿੱਤੀਆਂ ਹਨ ਮੂਰਖਾਂ ਦੇ ਬਾਰੇ। ਔਰ ਇਹ ਸ਼ਬਦ ਦੀ ਉਥਾਨਕਾ ਜਿਹੜੀ ਹੈ, ਉਥਾਨਕਾ ਦਾ ਮਤਲਬ ਹੁੰਦਾ ਕਿਹੜਾ ਸ਼ਬਦ ਕਿੱਥੇ ਕਿਉਂ ਉਚਾਰਿਆ ਗਿਆ। ਤਾਂ ਇਹ ਸ਼ਬਦ ਦੇ ਉਚਾਰਨ ਦਾ ਕਾਰਨ ਕੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀਆਂ ਉਦਾਸੀਆਂ ਦੌਰਾਨ ਇੱਕ ਦੇਸ਼ ਗਏ ਜਿਸ ਦਾ ਨਾਮ ਹੈ ਮੁਨਾਫਕ। ਅਤੇ ਉੱਥੇ ਸਰੇਵੜਿਆਂ ਦੀ ਪੂਜਾ ਹੁੰਦੀ ਸੀ, ਸਰੇਵੜੇ ਵਸਦੇ ਸੀ। ਉਹ ਦੇਸ਼ ਦੇ ਲੋਕ
ਨਾ ਰੱਬ ਨੂੰ ਜਾਣਦੇ ਸੀ, ਨਾ ਕੁਦਰਤ ਨੂੰ ਸਮਝਦੇ ਸੀ। ਸਰੇਵੜਿਆਂ ਦੀ ਪੂਜਾ ਕਰਦੇ ਸੀ। ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਪਹੁੰਚੇ, ਗੁਰੂ ਪਿਆਰਿਓ, ਉਸ ਵੇਲੇ ਉੱਥੇ ਸੋਕਾ ਪਿਆ ਹੋਇਆ ਸੀ, ਕਾਲ ਪਿਆ ਹੋਇਆ ਸੀਗਾ। ਮੀਂਹ ਨਹੀਂ ਸੀ ਪੈ ਰਿਹਾ ਪਿਛਲੇ ਕਾਫੀ ਸਮੇਂ ਤੋਂ। ਤੇ ਜਿਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਚਲਦੇ ਚਲਦੇ ਇੱਕ ਖੇਤ ਵਿੱਚ ਜਾ ਕੇ ਬੈਠ ਗਏ ਕੁਝ ਸਮੇਂ ਦੇ ਲਈ, ਆਰਾਮ ਕਰਨ ਲਈ। ਨਗਰ ਦੇ ਬਾਹਰ ਖੇਤਾਂ ਵਿੱਚ ਪੜਾਅ ਕੀਤਾ ਔਰ ਉੱਥੇ ਰੁਕੇ ਤਾਂ ਉਸ ਖੇਤ ਦਾ ਜਿਹੜਾ ਜ਼ਿਮੀਂਦਾਰ ਸੀ ਉਹ ਆਇਆ। ਭਾਵੇਂ ਕਿ ਪਿਛਲੇ ਲੰਬੇ ਸਮੇਂ ਤੋਂ ਕੋਈ ਫਸਲ ਬੀਜੀ ਨਹੀਂ ਗਈ, ਫਸਲ ਹੋਈ ਨਹੀਂ, ਪਰ ਖੇਤ ਗੇੜਾ ਮਾਰਨ ਤਾਂ ਜਾਂਦਾ ਹੀ ਆ। ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਦਾ ਉਦਾਸ ਜਿਹਾ ਚਿਹਰਾ ਵੇਖਿਆ। ਪੁੱਛਿਆ ਵੀ ਕੀ ਗੱਲ ਹੈ ਭਾਈ, ਢਿੱਲਾ ਜਿਹਾ ਲੱਗਦਾ। ਕਹਿਣਾ ਜੀ ਕਾਹਦੇ ਢਿੱਲੇ, ਐਤਕੀ ਮੀਂਹ ਨਹੀਂ ਪਿਆ, ਸਾਡੇ ਤਾਂ ਕਾਲ ਪੈ ਗਿਆ, ਸੋਕਾ ਪੈ ਗਿਆ। ਇੱਥੇ ਕੋਈ ਨਹਿਰਾਂ ਨੂਰਾਂ ਪਾਣੀ ਵੀ ਨਹੀਂ ਹੈ, ਮੀਂਹ 'ਤੇ ਫਸਲਾਂ ਹੁੰਦੀਆਂ ਔਰ ਸਾਡੀ ਜੀਵਨ ਜਿਹੜਾ ਹੈ ਉਹ ਪਾਣੀ 'ਤੇ ਹੈ, ਫਸਲਾਂ 'ਤੇ ਹੈ, ਫਸਲਾਂ ਪਾਣੀ 'ਤੇ ਹੈ। ਪਾਣੀ ਤੋਂ ਬਗੈਰ ਨਾ ਫਸਲ ਹੋਣੀ ਹੈ, ਨਾ ਘਾਹ ਫੂਸ ਹੋਣਾ ਹੈ, ਬੰਦੇ ਵੀ ਮਰ ਜਾਣਗੇ, ਮਨੁੱਖ ਵੀ ਮਰ ਜਾਣਗੇ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਪਹਿਲਾਂ ਕਿਵੇਂ ਮੀਂਹ ਪੈਂਦਾ ਸੀਗਾ? ਉਹ ਕਹਿਣ ਲੱਗਿਆ ਜੀ ਸਾਡੇ ਇੱਕ ਸਰੇਵੜੇ ਰਹਿੰਦੇ ਆ, ਜੰਤਰਾਂ ਮੰਤਰਾਂ ਨਾਲੋਂ ਮੀਂਹ ਪਵਾ ਦਿੰਦੇ ਸੀਗੇ। ਤੇ ਪਾਤਸ਼ਾਹ ਕਹਿੰਦੇ ਫਿਰ ਹੁਣ ਕਿਉਂ ਨਹੀਂ ਪੈਂਦਾ? ਪਾਤਸ਼ਾਹ ਨੇ ਜਾ ਕੇ ਬੰਦ ਕੀਤਾ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ। ਕਹਿੰਦੇ ਫਿਰ ਹੁਣ ਕਿਉਂ ਨਹੀਂ ਪੈਂਦਾ? ਕਹਿੰਦੇ ਪਤਾ ਜੀ ਨਹੀਂ, ਉਹਦੇ ਜੰਤਰ ਮੰਤਰ ਹੁਣ ਕੰਮ ਹੀ ਨਹੀਂ ਕਰਦੇ। ਮੀਂਹ ਨਹੀਂ ਪਿਆ ਕਾਫੀ ਸਮਾਂ ਹੋ ਗਿਆ। ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਫਿਰ ਕਰਤਾਰ ਨੂੰ ਕਹੋ। ਉਹ ਜ਼ਿਮੀਂਦਾਰ ਕਹਿੰਦਾ ਜੀ ਕਰਤਾਰ ਕੌਣ ਆ, ਅਸੀਂ ਤਾਂ ਜਾਣਦੇ ਹੀ ਨਹੀਂ। ਕਹਿੰਦੇ ਕਰਤਾਰ ਨੂੰ ਕੁਦਰਤ ਵਿੱਚੋਂ ਜਾਣਿਆ ਜਾ ਸਕਦਾ ਹੈ। ਕਹਿੰਦੇ ਜੀ ਕੁਦਰਤ ਕੀ ਆ, ਸਾਨੂੰ ਤਾਂ ਇਹਦੇ ਬਾਰੇ ਵੀ ਨਹੀਂ ਪਤਾ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਭਾਵ ਕੁਦਰਤ ਨੂੰ ਬਣਾ ਕੇ ਪਰਮੇਸ਼ਰ ਇਸ ਕੁਦਰਤ ਦੇ ਵਿੱਚ ਬੈਠਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਕੁਦਰਤ ਦੇ ਰਾਹੀਂ ਉਸ ਕਰਤਾਰ ਨੂੰ ਜਾਣਿਆ ਜਾ ਸਕਦਾ। ਕਹਿੰਦੇ ਜੀ ਸਾਨੂੰ ਨਹੀਂ ਪਤਾ, ਦੱਸੋ ਸਾਨੂੰ ਕਰਤਾਰ ਕੀ ਹੈ ਅਤੇ ਕੁਦਰਤ ਕੀ ਹੈ? ਕਹਿੰਦੇ ਐਂ ਕਰ ਫਿਰ ਤੈਨੂੰ ਕੁਦਰਤ ਬਾਰੇ ਗਿਆਨ ਕਰਾ ਦਿੰਦੇ ਹਾਂ, ਤੂੰ ਘਰੋਂ ਹਲ ਤੇ ਦਾਣੇ ਚੱਕ ਲਿਆ। ਕਹਿੰਦਾ ਮਹਾਰਾਜ ਪਾਣੀ ਤੋਂ ਬਗੈਰ ਦਾਣੇ? ਕਹਿੰਦੇ ਬਸ ਬੀਜ ਦੇ, ਕੁਦਰਤ ਆਪੇ ਹੀ ਕਿਰਪਾ ਕਰੇਗੀ। ਉਹ ਹੈਰਾਨ ਹੋਇਆ, ਪਿੰਡ ਗਿਆ ਤੇ ਘਰੇ ਦੇ ਦਾਣੇ ਪਏ ਸਨ, ਬੀਜਣ ਵਾਲਾ ਬੀਜ ਪਿਆ ਸੀ, ਉਹ ਚੱਕਿਆ, ਨਾਲ ਬਲਦਾਂ ਦੀ ਜੋੜੀ ਹਲ ਤੋਰਿਆ। ਸੱਥ 'ਚ ਬੈਠੇ ਲੋਕ ਕਹਿੰਦੇ ਓਏ ਤੂੰ ਕਿੱਧਰ ਚੱਲਿਆ ਦਾਣੇ ਲੈ ਕੇ, ਮੀਂਹ ਤਾਂ ਪਿਆ ਨਹੀਂ। ਉਹ ਕਹਿੰਦਾ ਸਾਡੇ ਖੇਤ ਵਿੱਚ ਸਾਧੂ ਬੈਠੇ ਆ, ਉਹ ਕਹਿੰਦੇ ਆ ਬਈ ਕੁਦਰਤ ਆਪੇ ਮੀਂਹ ਪਾ ਦੇਵੇਗੀ। ਕਹਿੰਦੇ ਮੂਰਖ ਹੋਇਆ ਸਾਧਾ ਮਗਰ ਲਾ ਕੇ, ਜਿਹੜਾ ਮਣ ਕਣਕ ਘਰੇ ਪਈ ਇਹ ਵੀ ਗਵਾ ਲੇਗਾ, ਤੂੰ ਰਹਿਣ ਦੇ। ਐਂ ਕਿਤੇ ਪਾਣੀ ਤੋਂ ਬਗੈਰ ਫਸਲਾਂ ਹੁੰਦੀਆਂ? ਉਹ ਵਿਚਾਰਾ ਉਹਨਾਂ ਦੀ ਸੁਣ ਕੇ ਖਾਲੀ ਹੱਥ ਫੇਰ ਵਗ ਗਿਆ ਬਾਬਾ ਜੀ ਕੋਲ। ਪਾਤਸ਼ਾਹ ਕਹਿੰਦੇ ਲਿਆਇਆ ਨਹੀਂ ਗਾ। ਕਹਿੰਦਾ ਜੀ ਸਾਡੇ ਪਿੰਡ ਵਾਲੇ ਤਾਂ ਕਹਿੰਦੇ ਆ ਵੀ ਮੀਂਹ ਤੋਂ ਬਗੈਰ, ਪਾਣੀ ਤੋਂ ਬਗੈਰ ਕਿਵੇਂ ਫਸਲ ਹੋ ਜਾਊਗੀ। ਪਾਤਸ਼ਾਹ ਕਹਿੰਦੇ ਤੂੰ ਮੇਰੇ 'ਤੇ ਭਰੋਸਾ ਕਰ, ਜੇ ਤੇਰੇ ਦਾਣੇ ਖਰਾਬ ਹੋ ਗਏ ਤਾਂ ਮੈਥੋਂ ਲੈ ਲਈ। ਕਹਿੰਦੇ ਅੱਛਾ ਜੀ? ਕਹਿੰਦੇ ਹਾਂ ਮੈਂ ਜ਼ਿੰਮੇਵਾਰ ਹਾਂ ਤੇਰੇ ਬੀਜ ਦਾ, ਜਾਂ ਲੈ ਕੇ ਆ ਤੂੰ ਕਰ। ਦੂਜੀ ਵਾਰ ਫਿਰ ਗਿਆ ਔਰ ਦਾਣੇ ਚੱਕੇ, ਬਲਦ ਹੱਕੇ, ਉਸੇ ਸੱਥ ਵਿੱਚੋਂ ਦੀ ਲੰਘ ਕੇ ਆ ਗਿਆ। ਸੱਥ 'ਚ ਬੈਠੇ ਲੋਕ ਕਹਿੰਦੇ ਆ ਮੂਰਖ ਹੈ, ਜੇ 4 ਸੇਰ ਦਾਣੇ ਆ ਵੀ ਗਵਾ ਦਊਗਾ। ਧੰਨ ਗੁਰੂ ਨਾਨਕ ਦੇਵ ਜੀ ਕੋਲ ਆਇਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਬਈ ਇਹਨਾਂ ਨੂੰ ਬੀਜ ਦੇ, ਛਿੱਟਾ ਦੇ ਦੇ।
ਉਹਨੇ 7 ਬਚਨ ਕਹਿ ਕੇ ਛਿੱਟਾ ਦੇ ਦਿੱਤਾ। ਫਿਰ ਬਹਿ ਗਿਆ ਪਾਤਸ਼ਾਹ ਕੋਲ, ਮਰਦਾਨੇ ਨੂੰ ਕਹਿੰਦੇ ਵੀ ਸ਼ਬਦ ਗਾ ਮਰਦਾਨਿਆ। ਮਰਦਾਨੇ ਜੀ ਨੇ ਉੱਥੇ ਸ਼ਬਦ ਗਾਏ, ਕੀਰਤਨ ਹੋਇਆ, ਦਿਨ ਛਿਪ ਗਿਆ। ਉਹ ਜ਼ਿਮੀਂਦਾਰ ਕਹਿੰਦਾ ਚੰਗਾ ਜੀ ਫਿਰ ਮੈਂ ਜਾਵਾਂ ਘਰੇ। ਕਹਿੰਦੇ ਜਾ ਵਗ ਜਾ ਭਾਈ, ਤੜਕੇ ਆ ਜੀ। ਜਿਸ ਵੇਲੇ ਉਹ ਦੂਜੇ ਦਿਨ ਤੜਕੇ ਉੱਠ ਕੇ ਆਇਆ ਨਾ, ਕੀ ਵੇਖਦਾ ਹੈ ਕਿ ਖੇਤ ਹਰਾ ਭਰਾ ਹੋਇਆ ਪਿਆ। ਰਾਤੇ ਰਾਤ ਉਹ ਸਾਰੀ ਬੀਜ ਜਿਹੜਾ ਸੀਗਾ ਉਗਰਿਆ ਆ, ਖੇਤ ਵਿੱਚ ਹਰਿਆਲੀ ਹੈ। ਕਹਿੰਦਾ ਜੀ ਆ ਤਾਂ ਕਮਾਲ ਹੀ ਹੋ ਗਈ। ਕਹਿੰਦੇ ਇਹੀ ਤਾਂ ਕਰਤਾਰ ਦੇ ਕੰਮ ਹੈ, ਤੁਸੀਂ ਕਰਤਾਰ ਨੂੰ ਜਾਣਦੇ ਹੀ ਨਹੀਂ। ਕਹਿੰਦੇ ਜੀ ਕੁਦਰਤ ਕੀ ਆ ਫਿਰ? ਕਹਿੰਦੇ ਕੁਦਰਤ ਹੈ, ਪੌਦੇ ਪੱਟ ਕੇ ਦੇਖ ਪੌਦਿਆਂ ਦੇ ਹੇਠਾਂ ਕੀ ਹੈ। ਜਦੋਂ ਉਸਨੇ ਕੁਝ ਪੌਦੇ ਪੱਟ ਕੇ ਦੇਖੇ, ਕਣਕ ਜਾਂ ਜੌਂ ਜੋ ਵੀ ਬੀਜਿਆ ਸੀ, ਥੱਲੇ ਉਹਦੇ ਅੰਗਿਆਰ ਪਏ ਨਾ, ਥੱਲੇ ਅੱਗ ਹੈ, ਅੱਗ ਦੇ ਉੱਤੇ ਜਿਹੜਾ ਹੈ ਗੁਰੂ ਪਿਆਰਿਓ ਫਸਲ ਉਗਰੀ ਹੋਈ ਆ। ਹੈਰਾਨ ਹੋ ਗਿਆ। ਉਹਨੇ ਜਾ ਕੇ ਸਾਰੇ ਪਿੰਡ ਵਿੱਚ ਰੌਲਾ ਪਾਤਾ। ਕਹਿੰਦੇ ਉਹ ਸਾਡਾ ਤਾਂ ਖੇਤ ਉਗਰਿਆ ਆ। ਪਿੰਡ ਵਾਲੇ ਪਹਿਲਾਂ ਤਾਂ ਉਸ ਨੂੰ ਮਜ਼ਾਕ ਕਰਦੇ ਆ, ਪਰ ਫਿਰ ਜਦੋਂ ਕਿਹਾ ਨਹੀਂ ਮੈਂ ਸੱਚ ਕਹਿਣਾ, ਰਾਤੇ ਰਾਤ ਹੀ ਮੇਰੀ ਫਸਲ ਉਗਰ ਆਈ ਹੈ, ਸਾਰੇ ਖੇਤ 'ਚ ਹਰਿਆਲੀ ਹੋ ਗਈ ਆ। ਫਿਰ ਪਿੰਡ ਵਾਲੇ ਭੱਜ ਕੇ ਆਏ। ਪਿੰਡ ਵਾਲਿਆਂ ਨੇ ਵੇਖਿਆ ਵੀ ਮਹਾਰਾਜ ਇਹ ਕਿਵੇਂ ਉਗਰੇ। ਕਹਿੰਦੇ ਕਰਤਾਰ ਨੇ ਉਗਾਏ ਆ, ਕਿਉਂਕਿ ਸਤਿਗੁਰਾਂ ਨੇ ਪਰਮੇਸ਼ਰ ਦੀ ਮਹਿਮਾ ਹੀ ਦੱਸਣੀ ਸੀ ਲੋਕਾਂ ਨੂੰ, ਪਰਮੇਸ਼ਰ ਨਾਲ ਜੋੜਨਾ ਸੀਗਾ, ਆਪਦੇ ਨਾਲ ਥੋੜ੍ਹਾ ਜੋੜਨਾ ਸੀਗਾ। ਖੈਰ ਹੈ ਤਾਂ ਖੁਦ ਉਹ ਵੀ ਪਰਮੇਸ਼ਰ ਹੀ, ਪਰ ਉਸ ਅਕਾਲ ਨਾਲ ਦੁਨੀਆ ਨੂੰ ਜੋੜਨਾ ਸੀ, ਜਿਹੜੀ ਦੁਨੀਆ ਅਕਾਲ ਪੁਰਖ ਨੂੰ ਭੁੱਲ ਕੇ ਅਲੱਗ-ਅਲੱਗ ਥਾਂ ਜੁੜੀ ਹੋਈ ਸੀਗੀ, ਕਰਤੇ ਦੀਆਂ ਕਿਰਤਾਂ ਨਾਲ ਜੁੜ ਚੁੱਕੀ ਸੀ, ਕਰਤੇ ਨੂੰ ਭੁੱਲ ਚੁੱਕੀ ਸੀ। ਪਿੰਡ ਵਾਲੇ ਕਹਿੰਦੇ ਜੀ ਇਹ ਕਿਵੇਂ ਹੋ ਗਿਆ? ਕਹਿੰਦੇ ਕਰਤਾਰ ਨੇ ਕੀਤਾ ਭਾਈ। ਕਹਿੰਦੇ ਜੀ ਸਾਡੇ ਖੇਤਾਂ ਵਿੱਚ ਵੀ ਕਰੋ। ਕਹਿੰਦੇ ਐਂ ਕਰੋ, ਤੁਹਾਨੂੰ ਮੈਂ ਜੁਗਤੀ ਦੱਸਦਾ, ਜਦੋਂ ਲੋੜ ਪਵੇ ਉਹ ਜੁਗਤੀ ਵਰਤ ਲਿਆ ਕਰੋ। ਦੇਖੋ ਜੁਗਤੀਆਂ ਸਤਿਗੁਰ ਬਣਾ ਗਏ ਸਾਡੇ ਵਾਸਤੇ। ਕੋਈ ਕੰਮ ਅੜਿਆ ਤੇ ਜੁਗਤੀ ਬਣਾਤੀ, ਬਾਬਾ ਬੁੱਢਾ ਜੀ ਤੋਂ ਅਰਦਾਸ ਕਰਾਓ, ਭਾਵ ਗ੍ਰੰਥੀ ਸਿੰਘ ਤੋਂ ਅਰਦਾਸ ਕਰਾਓ। ਆਪਾਂ ਅਰਦਾਸ ਕਰਾਉਨੇ ਆ, ਜੋ ਜੁਗਤੀ ਚੱਲ ਰਹੀ ਆ ਕਹੋ ਸਤਨਾਮ ਸੀ। ਮਾਤਾ ਗੰਗਾ ਜੀ ਨੂੰ ਕਿਹਾ ਪੁੱਤਰ ਦੀ ਦਾਤ ਲੈਣੀ ਹੈ ਤੇ ਫਿਰ ਬਾਬਾ ਬੁੱਢਾ ਗੁਰੂ ਘਰ ਦਾ ਵਜ਼ੀਰ ਹੈ, ਉਹ ਤੋਂ ਅਰਦਾਸ ਕਰਾਓ, ਜੇ ਕਰ ਦੇਵੇਗਾ ਤਾਂ ਹੋ ਸਕਦਾ। ਦਾਤ ਤਾਂ ਖੁਦ ਵੀ ਦੇ ਸਕਦੇ ਸੀਗੇ, ਪਰ ਨਹੀਂ, ਇੱਕ ਜੁਗਤੀ ਬਣਾਉਣੀ ਸੀ। ਬੇਅੰਤ ਜੁਗਤੀਆਂ ਸਤਿਗੁਰਾਂ ਨੇ ਸਾਡੇ ਵਾਸਤੇ ਬਖਸ਼ਿਸ਼ ਕੀਤੀਆਂ। ਕੋਈ ਬਹੁਤਾ ਹੀ ਕੰਮ ਅੜਿਆ ਤੇ ਪੂਰਾ ਜਪਜੀ ਸਾਹਿਬ ਤੇ ਪੂਰਾ ਆਨੰਦ ਸਾਹਿਬ ਕਰਕੇ ਕੜਾਹ ਪ੍ਰਸ਼ਾਦ ਕੋਲੇ ਰੱਖ ਕੇ ਬਣਾ ਕੇ ਤੇ ਅਰਦਾਸ ਕਰ ਦਿਓ, ਕੰਮ ਹੋ ਜਾਊਗਾ। ਧੰਨ ਗੁਰੂ ਨਾਨਕ ਦੇਵ ਜੀ ਨੂੰ ਪਿੰਡ ਵਾਲੇ ਕਹਿੰਦੇ ਜੀ ਸਾਡੀ ਤਾਂ ਫਸਲ ਆਪ ਉਗਾਓ। ਫਿਰ ਕਹਿੰਦੇ ਵੀ ਇਹ ਤਾਂ ਤੁਹਾਨੂੰ ਦੱਸਿਆ ਵੀ ਕਰਤਾਰ ਕਿਹੋ ਜਿਹਾ, ਕੁਦਰਤ ਵਿੱਚੋਂ ਕਿਵੇਂ ਜਾਣਿਆ ਜਾਂਦਾ। ਤੁਸੀਂ ਐਂ ਕਰੋ ਕੜਾਹ ਪ੍ਰਸ਼ਾਦ ਬਣਾ ਕੇ ਲਿਆਓ। ਫਿਰ ਕੜਾਹ ਪ੍ਰਸ਼ਾਦ ਤੇ ਹਾਵਲ ਤਿੰਨੇ ਚੀਜ਼ਾਂ ਇੱਕੋ ਜਿਹੀਆਂ ਪਾ ਕੇ ਦੇਗ ਤਿਆਰ ਕੀਤੀ ਗਈ। ਕਹਿੰਦੇ ਆਓ ਆਪਾਂ ਅਰਦਾਸ ਕਰਦੇ ਹਾਂ। ਧੰਨ ਗੁਰੂ ਨਾਨਕ ਦੇਵ ਜੀ ਨੇ ਅੱਗੇ ਖੜ੍ਹ ਕੇ ਸਭ ਨੂੰ ਪਿੱਛੇ ਖੜਾ ਕੇ ਨਾਲ ਅਰਦਾਸ ਕੀਤੀ ਤੇ ਝੱਟ ਮੀਂਹ ਲੈ ਪਿਆ ਉੱਤੋਂ, ਕੋ ਸਤਨਾਮ ਸੀ। ਮੀਂਹ ਆ ਗਿਆ, ਹੁਣ ਸਾਰੇ ਕਾਲ ਟੁੱਟ ਗਿਆ। ਜ਼ਿਮੀਂਦਾਰ ਨੂੰ ਕਹਿੰਦੇ ਹੁਣ ਬੀਜ ਲਓ, ਆਪਦੇ ਖੇਤ ਉਗਰ ਆਵੇਗਾ। ਇਸ ਤਰ੍ਹਾਂ ਗੁਰੂ ਪਿਆਰਿਓ ਜਿਹੜਾ ਸਰੇਵੜਾ ਸੀਗਾ, ਜਿਹੜਾ ਕਈ ਸਾਲਾਂ ਤੋਂ ਇਸ ਪਿੰਡ ਦੀ ਪੂਜਾ ਖਾ ਰਿਹਾ ਸੀਗਾ, ਉਹਨੂੰ ਗੁੱਸਾ ਆ ਗਿਆ। ਉਸ ਸਰੇਵੜੇ ਨੂੰ ਗੁੱਸਾ ਆ ਗਿਆ ਵੀ ਸਾਰਾ ਪਿੰਡ ਮੈਨੂੰ ਛੱਡ ਕੇ ਤੇ ਇਹ ਬਾਬੇ ਦੇ ਮਗਰ ਲੱਗ ਲਿਆ। ਉਹ ਸਰੇਵੜੇ ਨੇ ਆ ਕੇ ਚਰਚਾ ਕੀਤੀ ਕਿ ਸ਼ਾਇਦ ਇਹ ਸਾਧ ਨੂੰ ਮੈਂ ਹਰਾ ਦਿਆਂਗਾ। ਚਰਚਾ ਮਤਲਬ ਗੱਲਬਾਤ, ਅਨੇਕਾਂ ਤਰ੍ਹਾਂ ਦੇ ਪ੍ਰਸ਼ਨ ਪੁੱਛੇ, ਅਨੇਕਾਂ ਤਰ੍ਹਾਂ ਦੇ ਸਵਾਲ ਕੀਤੇ। ਸਤਿਗੁਰਾਂ ਨੇ ਉਹਦੇ ਸਵਾਲਾਂ ਦਾ ਜਵਾਬ ਦਿੱਤਾ ਸਹੀ ਢੰਗ ਦੇ ਨਾਲ। ਤਾਂ ਉਹ ਗੁਰੂ ਪਿਆਰਿਓ ਦੁਖੀ ਹੋ ਗਿਆ ਤੇ ਅਖੀਰ ਉਹ ਸਤਿਗੁਰਾਂ ਦਾ ਉਪਦੇਸ਼ ਲੈ ਕੇ ਨਹੀਂ ਗਿਆ, ਪੈਰੀ ਨਹੀਂ ਪਿਆ। ਕਿਉਂਕਿ ਜੋ ਸ਼ਰਨ ਆਵੈ ਤਿਸ ਕੰਠ ਲਗਾਵੈ ਬਿਰਧ ਸੁਆਮੀ ਸੰਦਾ। ਜੋ ਕਿਤੇ ਉਪਦੇਸ਼ ਮੰਗ ਲੈਂਦਾ ਉਹਦਾ ਭਲਾ ਹੋ ਜਾਂਦਾ, ਪਰ ਉਹਨੇ ਉਪਦੇਸ਼ ਲੈਣ ਦੀ ਬਜਾਏ ਸਤਿਗੁਰਾਂ 'ਤੇ ਗੁੱਸਾ ਕੀਤਾ।
ਤੇ ਗੁੱਸਾ ਕਰਨ ਤੋਂ ਬਾਅਦ ਉਹ ਨਗਰ ਛੱਡ ਕੇ ਚਲਿਆ ਗਿਆ, ਕਿਉਂਕਿ ਸਾਰੇ ਪਿੰਡ ਹੁਣ ਬਾਬੇ ਨਾਨਕ ਦੇ ਮਗਰ ਲੱਗ ਗਏ ਤੇ ਨਾਨਕ ਜੀ ਨੇ ਕਰਤਾਰ ਦੇ ਨਾਲ ਜੋੜਤੇ ਤੇ ਕੁਦਰਤ ਵੀ ਵਿਖਾ ਦਿੱਤੀ। ਫਸਲ ਦੇ ਹੇਠਾਂ ਅੰਗਿਆਰ, ਹੁਣ ਤੁਸੀਂ ਕਹੋਗੇ ਵੀ ਅੱਜ ਵੀ ਹੈਗੇ, ਕਿਉਂ ਨਹੀਂ ਹੈਗੇ? ਉਗਰੀ ਹੋਈ ਫਸਲ ਦੇ ਹੇਠਾਂ ਹੱਥ ਲਾ ਕੇ ਦੇਖਿਓ, ਧਰਤੀ ਗਰਮ ਹੋਊਗੀ ਥੱਲਿਓਂ। ਕੋਈ ਸਤਨਾਮ ਸ੍ਰੀ। ਪਰ ਉੱਥੇ ਤਾਂ ਪਾਤਸ਼ਾਹ ਨੇ ਪ੍ਰਤੱਖ ਵੀ ਵਿਖਾਏ ਨਾ। ਅੱਜ ਵੀ ਤੁਸੀਂ ਵੇਖੋਗੇ ਨਾ, ਉਗਰੀ ਹੋਈ ਫਸਲ ਦੇ ਹੇਠਾਂ ਹੱਥ ਲਾ ਕੇ ਪੱਟ ਕੇ ਉਹ ਨਿੱਘੀ ਗਰਮ ਹੋਊਗੀ, ਕੋਸੀ ਹੋਊਗੀ ਧਰਤੀ ਵਿੱਚੋਂ। ਤੋ ਖੈਰ ਇਹ ਤਿੰਨੇ ਚੀਜ਼ਾਂ ਰਲ ਕੇ ਇਸ ਚੀਜ਼ਾਂ ਨੂੰ ਤਿਆਰ ਕਰਦੀਆਂ, ਅੱਗ, ਪਾਣੀ ਤੇ ਹਵਾ। ਅੱਗ ਦੀ ਵੀ ਲੋੜ ਹੈ, ਧਰਤੀ ਵਿੱਚ ਅੱਗ ਹੈ, ਉੱਤੋਂ ਅਸੀਂ ਪਾਣੀ ਲਾਇਆ, ਆਕਸੀਜਨ ਮਿਲੀ, ਬੀਜ ਪੁੰਗਰਿਆ ਤੇ ਫਸਲ ਉਗਰੀ। ਸਾਡਾ ਵੀ ਇਸੇ ਤਰ੍ਹਾਂ ਜੀਵਨ ਬਣਿਆ, ਸਾਡਾ ਸਰੀਰ ਵੀ ਐਂ ਬਣਿਆ। ਮਾਂ ਦੇ ਪੇਟ 'ਚ ਅੱਗ ਹੈ, ਮਾਂ ਦਾ ਖੂਨ ਲਿਆ ਗਿਆ, ਪਿਤਾ ਦੀ ਬਿੰਦ ਲਈ ਗਈ, ਮਾਂ ਦਾ ਸਵਾਸ ਲਿਆ ਗਿਆ, ਇਹਨਾਂ ਤਿੰਨਾਂ ਨੇ ਮਿਲਾ ਕੇ ਸਾਡਾ ਸਰੀਰ ਬਣਾਤਾ। ਕੋ ਸਤਨਾਮ ਸ੍ਰੀ। ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਜਦ ਇਹ ਉਪਦੇਸ਼ ਬਖਸ਼ਿਸ਼ ਕੀਤਾ, ਉਹ ਸਰੇਵੜਾ ਜਿਹਦੀ ਲੰਮੇ ਸਮੇਂ ਤੋਂ ਦੁਨੀਆ ਪੂਜਾ ਕਰਦੀ ਸੀ, ਉਹਨੂੰ ਛੱਡ ਗਏ ਉਹ ਇਲਾਕੇ ਦੇ ਲੋਕ ਤੇ ਬਾਬੇ ਨਾਨਕ ਜੀ ਦਾ ਉਪਦੇਸ਼ ਲੈ ਕੇ ਤਰਨ ਲੱਗੇ। ਜਦੋਂ ਗੁਰੂ ਪਿਆਰੋ ਗੁੱਸਾ ਕਰਕੇ ਚਲਿਆ ਗਿਆ ਨਾ, ਤਾਂ ਉਹ ਜਿਹੜਾ ਜ਼ਿਮੀਂਦਾਰ ਸੀਗਾ ਉਹ ਕਹਿਣ ਲੱਗਿਆ, ਮਹਾਰਾਜ ਇਹ ਸਰੇਵੜਾ ਜਿਹੜਾ ਸੀ ਉਹ ਗੁੱਸੇ ਹੋ ਕੇ ਤੁਹਾਡੇ ਨਾਲ ਤੇ ਚਲਿਆ ਗਿਆ, ਕਿਉਂਕਿ ਤੁਹਾਨੂੰ ਆਪਣੀ ਚਰਚਾ ਕਰਕੇ ਜਿੱਤ ਨਹੀਂ ਸਕਿਆ ਤੇ ਦੁਨੀਆ ਸਾਰੀ ਤੁਹਾਡੇ ਬਚਨ ਮੰਨ ਕੇ ਇੱਧਰ ਲੱਗ ਗਈ ਆ। ਫਿਰ ਦੁਨੀਆ ਪੁੱਛੀ ਆ ਜੀ ਕਰਤਾਰ ਦੀ ਕੀ ਸ਼ਕਲ ਹੈ, ਕਿੱਥੋਂ ਦਾ ਰਾਜਾ ਹੈ? ਅਣਜਾਣ ਬੰਦੇ ਆ ਨਾ, ਵੀ ਜਿਵੇਂ ਸਰੇਵੜਾ ਪਵਾਉਂਦਾ ਸੀ ਐਵੇਂ ਕਿਤੋਂ ਦਾ ਕਰਤਾਰ ਵੀ ਹੋਊਗਾ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਕਰਤਾਰ ਇੱਕ ਦੇਸ਼ ਦਾ ਰਾਜਾ ਨਹੀਂ, ਉਹ ਆਲ ਵਰਲਡ ਦਾ ਰਾਜਾ ਹੈ, ਉਹ ਪਰਮੇਸ਼ਰ ਹੈ, ਉਹ ਪਰਮਾਤਮਾ ਹੈ, ਉਹ ਹਰ ਥਾਂ 'ਤੇ ਹੀ ਰਹਿੰਦਾ, ਉਹ ਕੁਦਰਤ ਦੇ ਵਿੱਚ ਰਹਿੰਦਾ। ਆਹ ਜਿਹੜੀ ਤੁਹਾਨੂੰ ਕੁਦਰਤ ਵਿਖਾਈ ਹੈ ਨਾ ਕਰਤੇ ਦੀ, ਕੁਦਰਤ ਕਰਕੇ ਵਸਿਆ ਸੋਏ। ਕੁਦਰਤ ਨੂੰ ਬਣਾ ਕੇ ਇਹਦੇ ਵਿੱਚ ਹੀ ਵਸਿਆ। ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ, ਇਹਨਾਂ ਦੇ ਵਿੱਚ ਹੀ ਵਸਿਆ। ਤੋ ਨਗਰ ਨਿਵਾਸੀ ਕਹਿਣ ਲੱਗੇ ਜੀ ਸਰੇਵੜਾ ਗੁੱਸੇ ਹੋ ਗਿਆ, ਨਾ ਤਾਂ ਉਹਨੇ ਤੁਹਾਡੇ ਤੋਂ ਉਪਦੇਸ਼ ਲਿਆ ਤੇ ਨਾਲੇ ਗੁੱਸਾ ਕਰਕੇ ਪਿੰਡ ਛੱਡ ਕੇ ਚਲਿਆ ਗਿਆ, ਕਹਿੰਦੇ ਜਾਣਾ ਹੀ ਸੀ ਭਾਈ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਫਿਰ ਆਹ ਸ਼ਲੋਕ ਉਚਾਰਿਆ ਸੀਗਾ ਮੁਨਾਫਿਕ ਦੇਸ਼ ਦੇ ਵਿੱਚ, ਮਹੱਲਾ ਪਹਿਲਾ। ਮੱਛੀ ਤਾਰੂ ਕਿਆ ਕਰੈ, ਪੰਖੀ ਕਿਆ ਆਕਾਸ਼। ਹੁਣ ਮੱਛੀ ਸਮੁੰਦਰ ਦੇ ਵਿੱਚ ਉਤਰਦੀ ਆ, ਡੂੰਘੀ ਜਾਂਦੀ ਆ, ਪਰ ਕੀ ਉਹ ਮੱਛੀ ਉਸ ਦਾ ਅੰਤ ਪਾ ਸਕਦੀ ਆ? ਨਹੀਂ ਪਾ ਸਕਦੀ। ਪੰਖੀ ਜਿਹੜਾ ਹੈ ਥੱਲਿਓਂ ਆਕਾਸ਼ਾਂ ਵੱਲ ਉੱਡਦਾ, ਕੀ ਉਹ ਸਾਰੇ ਆਕਾਸ਼ ਨੂੰ ਫਰੋਲ ਸਕਦਾ? ਨਹੀਂ ਫਰੋਲ ਸਕਦਾ। ਕਹੋ ਸਤਨਾਮ ਸੀ। ਜਿੰਨਾ ਮਰਜ਼ੀ ਉੱਡ ਲਵੇ। ਦੂਸਰਾ ਅਰਥ ਹੈ ਤਾਰੂ ਤੋਂ ਭਾਵ ਸਮੁੰਦਰ। ਸਮੁੰਦਰ ਜਿਹੜਾ ਹੈ ਮੱਛੀ ਉਹਦੇ ਵਿੱਚ ਤੈਰਦੀ ਹੈ, ਥੱਲੇ ਜਾਂਦੀ ਹੈ, ਪਰ ਕੀ ਮੱਛਰ ਜਿਹੜਾ ਸਮੁੰਦਰ ਹੈ ਉਹ ਮੱਛੀ ਨੂੰ ਰੋਕ ਸਕਦਾ? ਮੱਛੀ ਜਿੰਨਾ ਮਰਜ਼ੀ ਉਹਦੇ ਵਿੱਚ ਤੁਰੀ ਫਿਰੇ, ਕੋਈ ਨਹੀਂ ਰੋਕਦਾ। ਕੀ ਆਕਾਸ਼ ਜਿਹੜਾ ਹੈ ਉਹ ਮੁੱਕ ਜਾਵੇਗਾ? ਪੰਛੀ ਜਿਹੜਾ ਉੱਪਰ ਜਾਏਗਾ ਤੇ ਕੀ ਉਹ ਮੁੱਕ ਜਾਵੇਗਾ? ਕਹਿੰਦੇ ਨਹੀਂ ਮੁੱਕਦਾ ਜੀ। ਇਸੇ ਤਰ੍ਹਾਂ ਹੀ ਭਾਈ ਸਿੱਖੋ, ਜਿਹੜਾ ਜਗਿਆਸੂ ਹੈ, ਜਿਹੜਾ ਸਿੱਖ ਹੈ ਨਾ, ਉਹ ਆਪਣੇ ਵਿਚਾਰ ਦੇ ਗਿਆਨ ਦੇ ਖੰਭਾਂ ਦੇ ਨਾਲ ਜਿੰਨਾ ਮਰਜ਼ੀ ਉੱਚਾ ਉੱਡ ਲਵੇ, ਪਰ ਉਸ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾਂਦਾ। ਕੋ ਸਤਨਾਮ ਸ੍ਰੀ। ਠੀਕ ਆ, ਉਹਨੇ ਗਿਆਨ ਚਰਚਾ ਕੀਤੀ ਸਾਡੇ ਨਾਲ, ਪਰ ਉਸ ਨੂੰ ਉਸ ਪ੍ਰੇਮ ਦੀ ਸਮਝ ਨਹੀਂ ਆਈ ਵੀ ਉਹਨੂੰ ਜਾਣਿਆ ਕਿਵੇਂ ਜਾ ਸਕਦਾ। ਗੁੱਸਾ ਕਰਕੇ ਚਲਿਆ ਗਿਆ, ਫਿਰ ਸਾਡਾ ਕੀ ਵਿਗਾੜਤਾ ਉਸਨੇ? ਭਾਈ ਤੇਰੀ ਉਹਦੀ ਮਰਜ਼ੀ ਆ, ਉਹਦੀ ਮਰਜ਼ੀ ਆ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ਼। ਪੰਛੀ ਦਾ ਆਕਾਸ਼ ਦੀ ਨਿਆਈ ਸੁਣ ਜੜ ਰਹਿਣ ਵਾਲਾ ਮਨਮੁਖ ਵੀ ਕੀ ਵਿਗਾੜ ਸਕਦਾ ਹੈ? ਆਕਾਸ਼ ਜੜ ਹੈ, ਪੰਛੀ ਚੇਤਨ ਹੈ। ਇਸੇ ਤਰ੍ਹਾਂ ਹੀ ਜਿਵੇਂ ਉਹ ਸਰੇਵੜਾ ਮਨਮੁਖ ਹੈ,
ਉਹ ਆਪਣਾ ਕੀ ਵਿਗਾੜ ਸਕਦਾ? ਠੀਕ ਆ, ਉਹਦੀ ਮਰਜ਼ੀ ਹੈ। ਜੇ ਉਹ ਕੁਝ ਪੁੱਛ ਲੈਂਦਾ ਆਪਾਂ ਉਹਦਾ ਭਲਾ ਕਰਦੇ, ਨਹੀਂ ਪੁੱਛਿਆ ਉਹਨੇ ਗੁੱਸਾ ਕਰ ਗਿਆ ਤਾਂ ਉਹਦੇ ਭਾਗ ਹੀ ਐਸੇ ਹੋਣਗੇ। ਪੱਥਰ ਪਾਲਾ ਕਿਆ ਕਰੈ। ਹੁਣ ਠੰਡ ਕਿੰਨੀ ਹੁੰਦੀ ਹੈ, ਸਾਨੂੰ ਠੋਠਰ ਕਰਦੇ ਆ ਚੇਤਨ ਜੀਵ, ਪਰ ਪੱਥਰਾਂ ਨੂੰ ਕਿਤੇ ਠੰਡ ਲੱਗਦੀ ਹੈ। ਕਹਿੰਦੇ ਪਾਲਾ ਪੱਥਰ ਦਾ ਕੀ ਵਿਗਾੜ ਸਕਦਾ? ਉਹ ਸਰੇਵੜਾ ਸਾਡਾ ਕੀ ਵਿਗਾੜ ਸਕਦਾ? ਕਹੋ ਸਤਨਾਮ। ਅਸੀਂ ਸੱਚ ਦੀ ਗੱਲ ਕੀਤੀ ਹੈ, ਤੁਹਾਨੂੰ ਸੱਚ ਸੁਣਾਇਆ, ਹੁਣ ਤੁਸੀਂ ਦੱਸੋ ਵੀ ਅਸੀਂ ਕੋਈ ਝੂਠ ਕੀਤਾ? ਪਿੰਡ ਵਾਲੇ ਕਹਿੰਦੇ ਨਹੀਂ ਮਹਾਰਾਜ, ਤੁਸੀਂ ਤਾਂ ਬਹੁਤ ਸਹੀ ਗੱਲ ਕੀਤੀ ਆ। ਵਾਕਿਆ ਹੀ ਸਾਨੂੰ ਇਸ ਬਾਰੇ ਪਤਾ ਹੀ ਨਹੀਂ ਸੀਗਾ ਕਿ ਕਰਤਾਰ ਵੀ ਕੋਈ ਹੈ। ਅਸੀਂ ਤਾਂ ਇਹਨਾਂ ਜੋਗੀਆਂ ਦੇ, ਸਰੇਵੜਿਆਂ ਦੇ, ਇਹਨਾਂ ਦੇ ਮਗਰ ਲੱਗੇ ਹੋਏ ਸੀ। ਸਰਾਵਗ ਸੁਧ ਸਮੂਹ ਸਿਧਾਨ ਕਹਿ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ, ਸਾਰੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਤਾਂ ਪ੍ਰਾਣ ਪਤੀ ਕੇ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੋਂ ਤੇ। ਭਾਏ ਗੁਰੂ ਦੇ, ਪਰਮੇਸ਼ਰ ਦੇ ਪ੍ਰੇਮ ਤੋਂ ਬਗੈਰ, ਉਹਦੀ ਕਿਰਪਾ ਤੋਂ ਬਗੈਰ। ਏਕ ਰਤੀ ਬਿਨ ਏਕ ਰਤੀ ਕੇ। 100% ਚੋਂ 1%। ਰੱਤੀ ਦਾ ਵਜਨ ਪੁਰਾਣਾ ਹੈ, ਸੁਨਿਆਰਾਂ ਕੋਲੇ ਤੋਲਾ ਹੁੰਦਾ, ਉਹ 'ਚ 96 ਰੱਤੀਆਂ ਹੁੰਦੀਆਂ। ਅੱਜ ਕੱਲ੍ਹ ਗ੍ਰਾਮਾਂ ਦੇ ਵਿੱਚ 100 ਮਿਲੀਗ੍ਰਾਮ ਆ ਗਿਆ, 1000 ਮਿਲੀਗ੍ਰਾਮ ਆ ਗਿਆ। ਉਹ ਸਲੋ ਨਵੇਂ ਢੰਗ ਦੇ ਨਾਲ ਸੈਂਸਿਆਂ ਨੂੰ ਸਿੱਧਾ ਜਿਹਾ ਕਰ ਲਿਆ। ਉਹਨਾਂ ਦਾ ਹਿਸਾਬ ਕਿਤਾਬ ਜਿਹਾ ਔਖਾ ਸੀਗਾ, 12 ਆਨੇ 4 ਆਨੇ ਐਂ ਕਰਕੇ। ਤੋ ਤੋਲੇ ਦੇ ਵਿੱਚ 96 ਰੱਤੀਆਂ ਹੁੰਦੀਆਂ, ਆਪਾਂ 100 ਕਹਿ ਦਿਓ। ਪਾਤਸ਼ਾਹ ਕਹਿੰਦੇ ਤੂੰ ਤੋਲੇ ਵਿੱਚੋਂ ਇੱਕ ਰੱਤੀ ਦਾ ਵੀ ਨਹੀਂ ਹੈ, ਜੇ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਨਹੀਂ ਆਪਣੇ ਆਪ ਨੂੰ। ਕਹੋ ਸਤਨਾਮ ਸੀ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੋਂ ਤੇ ਏਕ ਰੱਤੀ ਬਿਨ ਏਕ ਰੱਤੀ ਕੇ। ਤਾਂ ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਪੱਥਰ ਪਾਲਾ ਕਿਆ ਕਰੇ। ਹੁਣ ਜਿਹੜੀ ਠੰਡ ਹੈ, ਉਹ ਅਚਲ ਬਿਰਤੀ ਵਾਲੇ ਪੱਥਰ ਦੀ ਕੀ ਵਿਗਾੜ ਸਕਦਾ ਹੀ ਆ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਨਾਲ ਜੁੜੇ ਹੋਏ ਹਨ, ਉਹਨਾਂ ਦੀ ਇਹੋ ਜਿਹੇ ਲੋਕ ਕੀ ਵਿਗਾੜ ਸਕਦੇ ਆ। ਅਸੀਂ ਤਾਂ ਸੱਚ ਦਾ ਨਾਅਰਾ ਲੈਣਾ, ਸੱਚ ਦਾ ਅਸੀਂ ਹੋਕਾ ਦੇਣਾ, ਅਸੀਂ ਤਾਂ ਸੱਚ ਦਾ ਹੋਕਾ ਦੇਣਾ ਹੈ। ਇਹੋ ਜਿਹੇ ਲੋਕ ਸੰਤ ਮਹਾਂਪੁਰਸ਼ਾਂ ਦਾ ਪਾਲੇ ਦੀ ਤਰ੍ਹਾਂ ਇਹ ਪਖੰਡੀ ਲੋਕ ਕੀ ਵਿਗਾੜ ਸਕਦੇ ਆ। ਖੁਸਰੇ ਕਿਆ ਘਰ ਵਾਸ। ਹੁਣ ਜੇ ਖੁਸਰਾ ਕਹੇ ਕਿ ਮੈਂ ਘਰ ਵਸਾ ਲਵਾਂ ਤਾਂ ਕੀ ਉਹਦੇ ਘਰ ਬੱਚੇ ਪੈਦਾ ਹੋ ਜਾਣਗੇ? ਕਹੋ ਸਤਨਾਮ ਸ੍ਰੀ। ਭਾਵ ਇਹ ਅਗਿਆਨੀ ਲੋਕ ਜੇ ਕਹਿਣ ਕਿ ਅਸੀਂ ਆਪਣੇ ਗਿਆਨ ਦੇ ਨਾਲ ਸੱਚ ਨੂੰ ਦੱਬ ਦੇਵਾਂਗੇ, ਇਹਨਾਂ ਦੇ ਅੰਦਰ ਉਹ ਸ਼ੁੱਧ ਗਿਆਨ, ਬ੍ਰਹਮ ਗਿਆਨ ਨਹੀਂ ਪੈਦਾ ਹੋ ਸਕਦਾ, ਜਿਵੇਂ ਖੁਸਰਿਆਂ ਦੇ ਘਰ ਬੱਚਾ ਪੈਦਾ ਨਹੀਂ ਹੋ ਸਕਦਾ। ਕਹੋ ਸਤਨਾਮ ਸ੍ਰੀ। ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸ਼ਾਸਤਰਾਂ ਨੂੰ ਪੜ੍ਹਨ ਰੂਪੀ ਘਰ ਵਸਾ ਕੇ, ਭਾਵ ਕਿਤਾਬਾਂ ਦਾ ਗਿਆਨ ਲੈ ਕੇ। ਗਿਆਨ ਹੋਰ ਚੀਜ਼ ਹੈ, ਕਿਰਪਾ ਉਸ ਤੋਂ ਪਰੇ ਹੈ। ਜਦੋਂ ਕਿਰਪਾ ਹੋ ਜਾਵੇ ਤੇ ਅਨਪੜ੍ਹਾਂ ਨੂੰ ਵੀ ਗਿਆਨ ਹੋ ਜਾਂਦਾ ਹੈ, ਜਿਵੇਂ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਗੁਰੂ ਪਿਆਰਿਓ, ਤਾਂ ਛੱਜੂ ਮਹਿਰੇ ਦੇ ਸਿਰ 'ਤੇ ਰੱਖੀ ਆਪਣੀ ਕਿਰਪਾ ਭਰੀ ਸੋਟੀ, ਕਿਰਪਾ ਭਰਿਆ ਹੱਥ। ਕਹਿੰਦੇ ਛੱਜੂ ਇਹ ਪੰਡਤ ਨੂੰ ਗੀਤਾ ਦੇ ਅਰਥ ਹੀ ਸੁਣਾ ਦੇ। ਬਸ ਫਿਰ ਜਿਹੜੇ ਅਰਥ ਭਾਈ ਛੱਜੂ ਨੇ ਕੀਤੇ ਉਹ ਪੰਡਤ ਨੂੰ ਵੀ ਨਹੀਂ ਆਉਂਦੇ ਸੀ, ਤੇ ਦੰਦਾਂ ਥੱਲੇ ਜੀਭ ਆ ਗਈ। ਕਹੋ ਸਤਨਾਮ ਸੀ। ਹੈਰਾਨ ਹੋ ਗਿਆ। ਇਸ ਕਰਕੇ ਗਿਆਨ ਹੋਣਾ ਹੋਰ ਗੱਲ ਹੈ, ਪਰ ਜਿਹੜੀ ਕਿਰਪਾ ਹੈ ਉਹ ਹੋਰ ਪਰੇ ਦੀ ਗੱਲ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਸ ਤਰ੍ਹਾਂ ਖੁਸਰੇ ਦੇ ਘਰ ਜੇ ਉਹ ਘਰ ਬਣਾ ਲਵੇ, ਪਰਿਵਾਰ ਵਸਾ ਲਵੇ, ਪਰ ਉਹਦੇ ਘਰੇ ਜਿਵੇਂ ਬੱਚਾ ਨਹੀਂ ਹੋ ਸਕਦਾ, ਇਸੇ ਤਰ੍ਹਾਂ ਕੋਈ ਆਪਣੇ ਗਿਆਨ ਨੂੰ ਲੈ ਕੇ ਹੰਕਾਰ ਕਰੇ ਤਾਂ ਉਸ ਦੇ ਅੰਦਰ ਉਹ ਪ੍ਰੇਮ ਪੈਦਾ ਨਹੀਂ ਹੋ ਸਕਦਾ ਜਿਹੜਾ ਕਿਰਪਾ ਦੇ ਨਾਲ ਹੋਣਾ। ਕਹੋ ਸਤਨਾਮ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੋਂ ਤੇ ਏਕ ਰਤੀ ਬਿਨ ਏਕ ਰਤੀ ਕੇ। ਸ਼ਰਧਾ ਰੂਪੀ ਬਿੰਦ ਤੋਂ ਬਗੈਰ ਬ੍ਰਹਮ ਗਿਆਨ ਪ੍ਰਗਟ ਨਹੀਂ ਹੋ ਸਕਦਾ ਮਨੁੱਖ ਦੇ ਅੰਦਰ। ਉਦਾਹਰਨ ਖੁਸਰਿਆਂ ਦੇ ਘਰ ਦੀ ਦੇ ਦਿੱਤੀ ਆ। ਅੱਗੇ ਇੱਕ ਹੋਰ ਉਦਾਹਰਨ ਦਿੰਦੇ ਆ ਇਸੇ ਵਿਸ਼ੇ 'ਤੇ।
कुत्ते चंदन लाइए भीसो कुत्ती धात। हुण उदाहरण एक असीं कदे कदे कहने आ जदों कोई बंदा गल ना मन्ने, की कहने आ, वो छड्ड यार मझ मूहरे बीन बजाउण दा कोई फायदा नहीं, कहो सतनाम श्री। हुण मझ नूं विचारे नूं घाह दा पता है, उहनूं बीन दा की पता है। तो इस तरह ही कहन लगे जे इहो जे मूर्ख लोकां नूं जिन्ना मर्जी प्यार दे नाल समझा लो, इन्हां ते कोई असर नहीं हुंदा। जिवें कुत्ते दे उत्ते कोई सेंट छिड़क देवे, उहने कुत्तियां विच ही रलना जाके, कहो सतनाम श्री। उन्हें कुत्तियां कुत्तियां दे मगर ही जाना, भाव ब्रह्म ज्ञानी रब दे प्यारे दुनिया दा भला करन आए न, ते दुनिया भला जिहड़ा चाहुंदी आ उहनां दा हो जांदा, जिहड़े नहीं चाहुंदे उहनां दे किवें करिए, कहो सतनाम श्री। सतगुर साचा क्या करे जो सिखा में चूक, अंधे एक न लग गई जो बांस बजाई है फूक। इस करके सतगुरु पातशाह जी कहने उदाहरण अगली, कुत्ते चंदन लाइए भीसो कुत्ती धात। चंदन कहते हैं सेंट नूं, हुण गधे दे सेंट छिड़क दिओ। तो इस मन नूं गधे वर्गा कहा है एक थां ते पातशाह जी ने। खरका पैखर तो छुट्टे जो ऊपर लादा है, गधे नूं खाली छड्ड दिओ ना जे, ते वो किते टिकदा नहीं, टीटने मारदा रहिंदा, भज्जिया फिरदा। घुमियार की करदा है, उहदे थल्ले एक साइड दियां दोनां लत्तां नूं थोड़ा नेड़े करके 2 फुट की रस्सी नाल बन्नदा ताकि भज ना सके। उहनूं कहंदे पैखड़ पाउणा। ते कहंदे वो पैखड़ कदों कढदा है, जदों उहदी खुरजी विच मन पक्कियां इट्टां लद दिंदा, फिर थल्लों पैर खोलदा भी हुण भज के विखा, कहो सतनाम श्री। साडे मन नूं भी पातशाह ने इत्थे गधा कहा है कि ये गधा मन जिहड़ा है इहदे उत्ते शब्द दा पैखड़ पाई रखो। जदों ही शब्द पासे कीता इहने उदों ही भज जाना, फुरना चकना है, दिल्ली दखन चले जाना, कहो सतनाम श्री। इस करके आओ मेरे प्रीतम जी उन्हां नगर निवासियों नूं समझाउंदे होए कहंदे हन, सिखो ये मनुख नूं किन्ना भी ब्रह्म ज्ञान दे दिओ, लोभी पुरुष नूं, कुत्ता लालची हुंदा है। इत्थे कुत्ते उदाहरण लोभी पुरुष की गल कीती है। पढ़िया मूर्ख आखी है जिस लभ लोभ अहंकार, उस रेवड़े नूं हंकार सीगा अपने ज्ञान दा, भी यारे साध ने आके मीह पवा के ते सारे लोगों नूं मगर ला लिया, ते मेरी 20 50 100 सालों की साड़ी कमाई सारी 1 मिनट में खेच पाती ने। इस करके वो अपने उस ज्ञान नूं लैके जां पुरानी पूजा नूं लैके हंकार विच सीगा, लेकिन सतगुरां नूं ओह हरा नहीं सकिया, पिंड छड्ड के चलिया गया। तां लोभी का बेसाहो न कीजै जी का पार बसाए। कहंदे इहो जे ਜਿਹੜੇ ਕਹਿੰਦੇ ਨਾ ਤੁਹਾਨੂੰ ਅਸੀਂ ਪਾਰ ਲਾ ਦਿਆਂਗੇ, ਪਰ ਮਾਇਆ ਦੇ ਲਾਲਚੀ ਆ, ਉਹਨਾਂ ਦਾ ਭਰੋਸਾ ਨਾ ਕਰੋ। ਅਖੀਰ ਤੁਹਾਨੂੰ ਉੱਥੇ ਸਿੱਟਣਗੇ ਜਿੱਥੇ ਤੁਹਾਡਾ ਹੱਥ ਨਾ ਪਵੇ, ਜਿੱਥੇ ਤੁਹਾਡੀ ਕੋਈ ਵਾਹ ਨਾ ਚੱਲੇ, ਕਹੋ ਸਤਨਾਮ ਸ੍ਰੀ। ਸੰਸਾਰ ਦੇ ਵਿੱਚ ਐਸੇ ਵੀ ਤਾਂ ਗੁਰੂ ਪਿਆਰੋ ਪਖੰਡੀ ਹੈ ਜਿਨ੍ਹਾਂ ਨੇ ਸੰਸਾਰ ਦਾ ਸ਼ੋਸ਼ਣ ਕੀਤਾ, ਸੰਸਾਰ ਦਾ ਸਮਾਨ ਲੁੱਟ ਕੇ ਖਾਧਾ, ਮਾਇਆ ਇਕੱਠੀ ਕੀਤੀ ਸੰਸਾਰ ਦੀ, ਤੇ ਸੰਸਾਰ ਨੂੰ ਸਬਜ਼ਬਾਜ਼ ਵਿਖਾਏ। ਨਾ ਤੁਹਾਨੂੰ ਤੜਕੇ ਨਹਾਉਣ ਦੀ ਲੋੜ ਹੈ, ਨਾ ਤੁਹਾਨੂੰ ਧੋਣ ਦੀ ਲੋੜ ਹੈ, ਨਾ ਤੁਹਾਨੂੰ ਕੋਈ ਸਿਰ ਬਾਉਣ ਦੀ ਲੋੜ ਹੈ, ਨਾ ਤੁਹਾਨੂੰ ਕੇਸ ਰੱਖਣ ਦੀ ਲੋੜ ਹੈ। ਬਸ ਮੇਰੇ ਡੇਰੇ ਤੇ ਆ ਜਾਇਆ ਕਰੋ, ਮੈਂ ਤੁਹਾਨੂੰ ਪਾਰ ਲਾਉਂਗਾ, ਕਹੋ ਸਤਨਾਮ ਸ੍ਰੀ। ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ ਹੋਏ, ਭਾਣੇ ਚੱਲਣ ਆਪਣੇ ਝੂਠੋ ਝੂਠ ਬਲੇਣ, ਆਖਰ ਉਹ ਵੀ ਖੂਹ ਵਿੱਚ ਡਿੱਗਦੇ ਆ ਤੇ ਉਹਨਾਂ ਦੇ ਮਗਰ ਲੱਗੇ ਵੀ ਡਿੱਗ ਪੈਂਦੇ ਆ, ਕਹੋ ਸਤਨਾਮ ਸ੍ਰੀ। इस करके धन गुरु नानक देव जी इत्थे लालच की गल करते हैं। कुत्ते की उदाहरण लालच करके भी दी जाती है, कुत्ते की उदाहरण ईमानदारी करके भी दी जाती है। कुत्ता जब अपने मालक दे नाल रहिंदा ते उत्थे ईमानदारी पूरी विखाउंदा है, ते जे लालच की गल करिए तो वह भी कुत्ते विच वधदा है। जिवें एक बच्चों की किताब की कहानी है, बई कुत्ते नूं एक प्रशादा मिलिया, कहंदे चलो पानी ते जाके खाने आ। वो छप्पड़ दे पहुँच गया, छप्पड़ चो आपदी शक्ल देखी तो अंदर भी कुत्ता वेख्या, उहदे मूँह विच भी एक रोटी देखी, कहंदा ये तो फिर खावांगे, पहलां वो खोईए, कहो सतनाम सी। उहनूं भौंकण लग्या, मूँह वाली भी डेग के पानी च गवाच गई।
ਤੋ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਅਸਲ ਵਿੱਚ ਸਿੱਖੋ ਨਗਰ ਨਿਵਾਸੀਆਂ ਨੂੰ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਇਹੋ ਜਿਹੇ ਲੋਕਾਂ ਦਾ ਕੀ ਹੈ, ਇਹਨਾਂ ਨੇ ਪੁੱਠੇ ਸਿੱਧੇ ਕੰਮ ਹੀ ਕਰਨੇ ਆ। ਬੋਲਾ ਜੇ ਸਮਝਾਈਐ ਪੜ੍ਹੀਐ ਸਿਮਰਤ ਪਾਠ। ਜੇ ਹੁਣ ਬੋਲੇ ਨੂੰ ਸਮਝਾਈਏ, ਹੁਣ ਇੱਥੇ ਬੋਲਾ ਤਾਂ ਚਲੋ ਸੁਣਦਾ ਹੀ ਨਹੀਂਗਾ, ਪਰ ਜਿਨ੍ਹਾਂ ਨੂੰ ਹੰਕਾਰ ਹੈ ਉਹ ਅੰਦਰਲੇ ਕੰਨਾਂ ਤੋਂ ਬੋਲੇ ਆ, ਕਹੋ ਸਤਨਾਮ ਸ੍ਰੀ, ਉਹਨਾਂ ਨੂੰ ਵੀ ਨਹੀਂ ਸੁਣਦਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਕਈ ਵਾਰੀ ਨਾ ਸਪੀਕਰ ਚੱਲਦਾ ਨਗਰ ਦੇ ਵਿੱਚ, ਗੁਰੂ ਘਰ ਦੇ ਵਿੱਚ ਲੱਗਿਆ, ਤੜਕੇ ਨਿਤਨੇਮ ਹੁੰਦਾ, ਕੋਈ ਕਥਾ ਸ਼ੁਰੂ ਕਰਤੀ, ਅਤੇ ਜਿਹੜੇ ਉਹ ਹੰਕਾਰੀ ਲੋਕ ਆ ਆਉਂਦੇ ਆ, ਬਾਬਾ ਜੀ ਅਸੀਂ ਸੌਣਾ ਹੁੰਦਾ, ਜਵਾਕਾਂ ਨੇ ਪੜ੍ਹਨਾ ਹੁੰਦਾ, ਤੁਸੀਂ ਤੜਕੀ ਰੌਲਾ ਪਾਉਣ ਲੱਗ ਜਾਂਦੇ ਹੋ। ਅਸਲ ਉਹਨਾਂ ਦਾ ਕੋਈ ਕਸੂਰ ਨਹੀਂ ਹੈ, ਉਹਨਾਂ ਦੇ ਭਾਗਾਂ ਵਿੱਚ ਹੀ ਨਹੀਂ ਹੈ, ਕਹੋ ਸਤਨਾਮ ਸ੍ਰੀ। ਹੁਣ ਐਸੇ ਕਥਾ ਨੂੰ ਮੂਰਖ ਬੰਦਾ ਰੌਲਾ ਕਹੂਗਾ, ਤੁਸੀਂ ਆਨੰਦ ਲੈ ਰਹੇ ਹੋ, ਗੱਲ ਤਾਂ ਉਹੀ ਚੱਲ ਰਹੀ ਹੈ ਬਾਣੀ ਦੀ, ਕਹੋ ਸਤਨਾਮ ਸ੍ਰੀ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ ਭਾਈ ਸਿੱਖੋ, ਹੁਣ ਜਿਹੜੇ ਬੰਦੇ ਨੂੰ ਸੁਣਦਾ ਹੀ ਨਹੀਂ, ਮੈਂ ਉਹਨੂੰ ਕਿਵੇਂ ਸਮਝਾਵਾਂ ਜੀ ਉਹ ਖੜ੍ਹ ਕੇ ਮੇਰੀ ਗੱਲ ਸੁਣਦਾ, ਗਿਆਨ ਨੂੰ ਛੱਡ ਕੇ ਪਾਸੇ ਰੱਖ ਕੇ ਆਪਦੇ ਨੂੰ, ਉਹਨੇ ਆਪ ਦਾ ਗਿਆਨ ਮੁੱਖ ਰੱਖਿਆ ਕਿ ਮੈਂ ਵੀ ਤਾਂ ਗਿਆਨੀ ਆ, 100 ਸਾਲ ਹੋ ਗਏ ਸਾਡੀ ਪੂਜਾ ਹੋਈ ਜਾਂਦੀ ਹੈ ਦੇਸ਼ 'ਚ, ਆਹ ਨਵਾਂ ਹੀ ਸਾਧ ਆ ਗਿਆ, ਲੈ ਦੱਸ। ਉਹਦਾ ਮਕਸਦ ਪੂਰਾ ਨਹੀਂ ਹੋਇਆਗਾ, ਇਸ ਕਰਕੇ ਉਹ ਛੱਡ ਕੇ ਚਲਿਆ ਗਿਆ। ਲੋਕਾਂ ਨੇ ਕਿਹਾ ਮਹਾਰਾਜ ਉਹ ਚਲਿਆ ਗਿਆ, ਕਹਿੰਦੇ ਕੋਈ ਗੱਲ ਨਹੀਂ, ਉਹਦੇ ਭਾਗ ਹੀ ਐਸੇ ਸੀ। ਬੋਲਾ ਜੇ ਸਮਝਾਈਐ ਪੜ੍ਹੀਐ ਸਿਮਰਤ ਪਾਠ। ਹੁਣ ਬੋਲੇ ਦੇ ਕੋਲੇ ਪੂਰਾ ਪਾਠ ਕਰ ਦਿਓ ਗ੍ਰੰਥਾਂ ਦਾ, ਸਿਮਰਤੀਆਂ ਸ਼ਾਸਤਰਾਂ ਦੇ, ਪਰ ਜਦ ਹੈ ਹੀ ਬੋਲਾ ਤਾਂ ਉਹਨੂੰ ਕੀ ਸਮਝ ਆਉਣੀ ਆ, ਕਹੋ ਸਤਨਾਮ ਸ੍ਰੀ। ਤਾਂ ਇੱਥੇ ਹੰਕਾਰੀ ਨੂੰ ਕਿਹਾ, ਇਹੋ ਜਿਹੇ ਮਨਮੁਖ ਹੰਕਾਰੀ ਲੋਕ ਜਿੰਨਾ ਮਰਜ਼ੀ ਸਮਝਾ ਦਿਓ ਨਹੀਂ ਸਮਝਦੇ। ਅੰਧਾ ਚਾਨਣ ਰੱਖੀਐ ਦੀਵੇ ਬਲੈ 50। ਅਗਿਆਨਤਾ ਦਾ ਅੰਨਾ, ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਨ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮ ਘੁੱਥੇ ਜਾਹੇ। ਜਿਹੜੇ ਮਾਲਕ ਤੋਂ ਦੂਰ ਹਨ, ਜਿਨ੍ਹਾਂ ਨੂੰ ਕੇਵਲ ਆਪਣੀ ਪੂਜਾ ਕਰਾਉਣ ਦੀ ਆਦਤ ਪੈ ਗਈ ਆ। ਬਹੁਤ ਸਾਰੇ ਥਾਵਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਸੇ ਕਰ ਦਿੰਦੇ ਆ, ਆਪਦੀ ਪੂਜਾ ਦੀ ਆਦਤ ਹੁੰਦੀ ਹੈ ਨਾ, ਵੀ ਲੋਕ ਉੱਧਰ ਮੱਥਾ ਟੇਕਣ, ਬਸ ਮੈਨੂੰ ਹੀ ਮੱਥਾ ਟੇਕਣ, ਉੱਥੋਂ ਨਿਸ਼ਾਨ ਸਾਹਿਬ ਵੀ ਹਟਾ ਦਿੰਦੇ ਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਪਾਸੇ ਕਰ ਦਿੰਦੇ ਆ, ਵੀ ਲੋਕ ਫਿਰ ਉੱਧਰ ਨੂੰ ਜਾਣਗੇ, ਇਹ ਤਾਂ ਸਾਡਾ ਡੇਰਾ ਹੈ, ਗੁਰਦੁਆਰਾ ਥੋੜ੍ਹਾ ਹੀ ਆ। ਠੀਕ ਹੈ ਭਾਈ, ਪਰ ਇਹੋ ਜਿਹੇ ਲੋਕਾਂ ਨੂੰ ਕੌਣ ਸਮਝਾਵੇ, ਉਹ ਗਿਆਨਤਾ ਵਿੱਚ ਅੰਨੇ ਹਨ। ਅੰਧੇ ਇਹ ਨਾ ਆਖੀਐ ਜਿਨ ਮੁਖ ਲੋਏ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮੋ ਘੁੱਥੇ ਜਾਹੇ। ਮੇਰੇ ਪ੍ਰੀਤਮ ਜੀ ਕਹਿੰਦੇ ਅੰਡਾ ਚਾਨਣ ਰੱਖੀਐ, ਹਨੇਰਾ ਤਾਂ ਭਜਾਇਆ ਜਾ ਸਕਦਾ, ਪਰ ਜਿਹੜੀਆਂ ਕੋਲੇ ਗਿਆਨ ਦੀਆਂ ਅੱਖਾਂ ਨਹੀਂ, ਉਹਦਾ ਹਨੇਰਾ ਕਿਵੇਂ ਭਜਾਈਏ। ਹਨੇਰਾ ਭਜਣਾ ਸੀਗਾ ਗੁਰੂ ਦੇ ਬਚਨਾਂ ਨਾਲ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੁਚੇਤ, ਗੁਰੂ ਦੀ ਗੱਲ ਸੁਣਦੇ ਨਹੀਂ, ਮੰਨਦੇ ਮਗਰ ਬੜਾ ਚੱਲਦੇ ਆ। ਰੋਜ਼ ਪ੍ਰਚਾਰ ਹੁੰਦਾ ਹੈ, ਸਮਾਪਤੀ 'ਤੇ ਗ੍ਰੰਥੀ ਸੇ ਕਹਿੰਦੇ ਆ ਭਾਈ ਅੰਮ੍ਰਿਤ ਛਕ ਲਓ, ਹੁਣ ਗੁਰੂ ਵਾਲੇ ਬਣ ਜਾਓ। ਆ ਦੀਵਾਨ ਸਜਣੇ ਆ 3 ਦਿਨ, ਰਾਤ ਪਹਿਲਾ ਦੀਵਾਨ ਸੀ, ਇੱਥੇ ਵੀ ਕਹਿਣਗੇ ਮਹਾਂਪੁਰਸ਼ ਵੀ ਭਾਈ ਹੁਣ ਗੁਰੂ ਵਾਲੇ ਬਣ ਜਾਓ, ਪਰ ਉਹ ਗੱਲ ਨਹੀਂ ਸੁਣਨੀ ਗੀ, ਮਨ ਦੀ ਸੁਣਨੀ ਹੈ। ਮੁੰਡੇ ਦਾ ਵਿਆਹ ਕਰਨਾ ਹੈ, ਉੱਥੇ ਖਾਧਾ ਪੀਤਾ ਨਹੀਂ ਜਾਣਾ, ਕਹੋ ਸਤਨਾਮ। ਵੀ ਅੰਮ੍ਰਿਤ ਤੁਹਾਡਾ ਕਿਹੜਾ ਖਾਣਾ ਪੀਣਾ ਰੋਕਦਾ ਹੈ? ਅੰਮ੍ਰਿਤ ਤੁਹਾਨੂੰ ਸ਼ਰਾਬ ਤੋਂ ਰੋਕਦਾ, ਤੁਹਾਨੂੰ ਨਸ਼ਿਆਂ ਤੋਂ ਰੋਕਦਾ, ਮਾੜੇ ਪਾਸੇ ਤੋਂ ਰੋਕਦਾ, ਤੁਹਾਨੂੰ ਪ੍ਰਸ਼ਾਦਾ ਛਕਣ ਤਾਂ ਨਹੀਂ ਰੋਕਦਾ, ਕਹੋ ਸਤਨਾਮ ਸ੍ਰੀ। ਕੁੜੀ ਵਿਆਹੁਣੀ ਆ, ਮੁੰਡਾ ਵਿਆਹੁਣਾ, ਨਹੀਂ ਬਾਬਾ ਜੀ ਠਹਿਰ ਕੇ ਛਕ ਲਾਂਗੇ। ਬੱਚੇ ਨੂੰ ਤਾਂ ਪਤਾ ਨਹੀਂ, ਜਵਾਨ ਨੂੰ ਕਹੀਏ ਤੇ ਕਹੋ ਖਾਣ ਪੀਣ ਦਾ ਸਮਾਂ, ਬੁੱਢੇ ਨੂੰ ਕਹੀਏ ਵੀ ਤੇਰਾ ਟਾਈਮ ਟੱਪ ਗਿਆ, ਤੂੰ ਤਾਂ ਖਾ ਪੀ ਲਿਆ, ਹੁਣ ਤੂੰ ਤਾਂ ਛਕ ਲੈ। ਉਹ ਪੁੱਤ ਹੁਣ ਗਾਂਹ ਜਾ ਕੇ ਛਕਾਂਗੇ, ਅਤੇ ਗਾਂਹ ਉੱਥੇ ਬਾਟਾ ਨਹੀਂ, ਬਾਟਾ ਇੱਥੇ ਹੀ ਆ, ਉੱਥੇ ਕੜਾਹ ਹੈ ਤਪਦੇ ਤੇਲ ਦਾ, ਕਹੋ ਸਤਨਾਮ ਸ੍ਰੀ। ਉੱਥੇ ਤਾਂ ਕੜਾਹੇ ਆ, ਫਿਰ ਜਿਵੇਂ ਮਰਦਾਨੇ ਨੂੰ ਸਿੱਟਿਆ ਸੀ ਫੜ ਕੇ, ਉਹ ਤਾਂ ਧੰਨ ਗੁਰੂ ਨਾਨਕ ਕੋਲੇ ਸੀ ਬਚ ਗਿਆ, ਅਤੇ ਆਪਾਂ ਕਿਵੇਂ ਬਚਾਂਗੇ, ਕਹੋ ਸਤਨਾਮ ਸ੍ਰੀ। ਇਸ ਕਰਕੇ ਪ੍ਰੀਤਮ ਜੀ ਕਹਿੰਦੇ
ਚੋਏ ਨੇ ਸੋਏ ਨਾ ਪਾਈਐ, ਚੁਣ ਚੁਣ ਖਾਵੈ ਘਾਸ। ਹੁਣ ਜੇ ਘੋੜੇ ਨੂੰ ਘਾਹ ਦੇ ਵਿੱਚ ਸਿਉਣੇ ਦੇ ਗਹਿਣੇ ਰੱਖ ਦਈਏ ਤੇ ਉਹ ਸਿਉਣਾ ਥੋੜ੍ਹਾ ਹੀ ਖਾਂਦਾ। ਇਹੋ ਜਿਹੇ ਮਨਮੁੱਖਾਂ ਨੂੰ ਜੇ ਗੁਰਮਤ ਦਾ ਗਿਆਨ ਦਈਏ ਨਹੀਂ ਪ੍ਰਾਪਤ ਕਰਦੇ, ਇਹਨਾਂ ਨੇ ਨਿੰਦਿਆ ਚੁਗਲੀ ਹੀ ਪ੍ਰਾਪਤ ਕਰਨੀ ਆ। ਕਹੋ ਸਤਿਨਾਮ। ਇਹਨਾਂ ਨੇ ਆਪਣੀ ਪੁੱਠੀ ਮੱਤ ਹੀ ਰੱਖਣੀ ਆ, ਸਿੱਧੀ ਮੱਤ ਨਹੀਂ ਲੈਣੀ। ਜੇ ਘੋੜੇ ਨੂੰ ਘਾਹ ਦੇ ਵਿੱਚ ਸਿਉਣਾ ਪਾ ਦਈਏ, ਕਈ ਵਾਰੀ ਕੋਈ ਨਵੀਂ ਮੱਝ ਗਾਂ ਘਰੇ ਲੈ ਕੇ ਆਉਂਦਾ ਨਾ, ਪੁਰਾਣੀਆਂ ਰੀਤੀ ਰਿਵਾਜ ਆ ਇਹ, ਅਤੇ ਜਦੋਂ ਮੱਝ ਗਾਂ ਘਰੇ ਵੜਦੀ ਆ ਨਾ ਅਤੇ ਬਾਰ ਦੇ ਵਿੱਚ ਥਾਲੀ ਵਿੱਚ ਪਾ ਕੇ ਦਾਣੇ ਦੂਣੇ ਦੇ ਵਿੱਚ ਚਾਂਦੀ ਰੱਖ ਕੇ ਸੰਘਾਉਂਦੇ ਆ ਉਸ ਨੂੰ। ਉਹਨੂੰ ਕੀ ਫਾਇਦਾ ਹੋਊਗਾ? ਕਹੋ ਪੁਰਾਣੀਆਂ ਰੀਤਾਂ ਰੱਖੀਆਂ ਹੋਈਆਂ, ਖੈਰ ਚਲੋ ਚੱਲੀ ਜਾਂਦੀਆਂ, ਮੈਨੂੰ ਕੀ। ਪਰ ਮਤਲਬ ਉਹਨੇ ਤਾਂ ਘਾਹ ਹੀ ਖਾਣਾ। ਭਾਵ ਜਿਹੋ ਜਿਹੀ ਕਿਸੇ ਦੀ ਮੱਤ ਹੁੰਦੀ ਹੈ ਉਹਨੇ ਉਹੋ ਜਿਹਾ ਹੀ ਵਰਤਣਾ। ਕਹੋ ਸਤਿਨਾਮ ਸ੍ਰੀ। ਸੋ ਸਿੱਖੋ, ਇਹਨਾਂ ਸਰੇਵੜਿਆਂ ਦਾ ਕੀ ਕਰੀਏ? ਇਹਨਾਂ ਵਿਚਾਰਿਆਂ ਦੀ ਜਿਹੜੀ ਪੂਜਾ ਸੀ ਉਹ ਖਤਮ ਹੋ ਗਈ। ਹੁਣ ਤੁਹਾਨੂੰ ਸਮਝ ਆ ਗਈ ਆ, ਤੁਹਾਨੂੰ ਸੱਚ ਦੀ ਗੱਲ ਦੱਸ ਦਿੱਤੀ ਆ, ਇਸ ਕਰਕੇ ਤੁਸੀਂ ਹੁਣ ਉਹਨੂੰ ਪੂਜਣਾ ਨਹੀਂ ਹੈਗਾ। ਕਹਿੰਦੇ ਜੀ ਅਸੀਂ ਤਾਂ ਨਹੀਂ ਪੂਜਦੇ, ਹੁਣ ਤੁਹਾਡੀ ਗੱਲ ਫਿੱਟ ਆ ਗਈ ਸਾਡੇ। ਕਹਿੰਦੇ ਠੀਕ ਆ। ਇਸ ਕਰਕੇ ਉਹ ਚਲਿਆ ਗਿਆ ਇੱਥੋਂ। ਚੋਏ ਨੇ ਸੋਏ ਨਾ ਪਾਈਐ, ਪਸ਼ੂਆਂ ਦੇ ਵੱਗ ਅੱਗੇ, ਘੋੜੇ ਦੇ ਮੂਹਰੇ, ਪਸ਼ੂਆਂ ਦੇ ਮੂਹਰੇ ਜੇ ਕੋਈ ਸੋਨਾ ਰੱਖ ਦੇਵੇ ਘਾਹ ਦੇ ਵਿੱਚ ਤਾਂ ਉਹਦੇ ਵਿੱਚੋਂ ਘਾਹ ਹੀ ਕੱਢ ਕੇ ਖਾਂਦਾ। ਹੰਸਾਂ ਸੇਤੀ ਚਿੱਤ ਉਲਾਸੈ, ਕੁੱਕੜ ਦੀ ਉਡਾਰੀ। ਕੁੱਕੜ ਦੀ ਉਡਾਰੀ ਕਿੱਡੀ ਕੁ ਭਲਾ ਪਤਾ ਹੀ ਹੋਣਾ। ਬਸ ਛਾਲ ਜੀ ਮਾਰ ਕੇ 10 ਫੁੱਟ ਦੀ ਉਡਾਰੀ ਹੁੰਦੀ ਹੈ, ਅਤੇ ਹੰਸਾਂ ਦੀ ਉਡਾਰੀ ਆਕਾਸ਼ਾਂ ਵਿੱਚ ਹੁੰਦੀ ਆ। ਕਹੋ ਸਤਿਨਾਮ ਸੀ। ਬ੍ਰਹਮ ਗਿਆਨੀਆਂ ਦੀ ਉਡਾਰੀ ਤਾਂ ਆਕਾਸ਼ਾਂ ਤੱਕ ਹੈ, 10ਵੇਂ ਦੁਆਰ ਤੱਕ ਹੈ, ਪਰ ਸੰਸਾਰੀ ਮਨਮੁੱਖਾਂ ਦੀ ਉਡਾਰੀ ਕੁੱਕੜ ਵਰਗੀ ਹੈ। ਇਸੇ ਤਰ੍ਹਾਂ ਹੀ ਜੇ ਕਾਂ ਨੂੰ ਕਹੇ, ਬਗਲੇ ਨੂੰ ਕਹੇ ਵੀ ਹੰਸਾਂ ਵਿੱਚ ਵਰਗਾ ਤੇਰਾ ਰੰਗ ਹੈ, ਤੂੰ ਆ ਕੇ ਇੱਥੇ ਬਹਿ ਜਾ ਸਾਡੇ ਵਿੱਚ, ਤੇਰਾ ਰੰਗ ਤਾਂ ਸਾਡੇ ਵਰਗਾ ਹੀ ਆ। ਰੰਗ ਤਾਂ ਹੁਣ ਸਾਡਾ ਸਾਰੇ ਮਨੁੱਖਾਂ ਦਾ ਇੱਕੋ ਜਿਹਾ ਹੀ ਆ, ਸਾਰੇ ਮਨੁੱਖ ਹੀ ਆ। ਪਰ ਇੱਥੇ ਉਹੀ ਬੈਠਣਗੇ ਜਿਨ੍ਹਾਂ ਨੂੰ ਇਹ ਚੋਗਾ ਪਸੰਦ ਹੈ, ਜਿਨ੍ਹਾਂ ਨੂੰ ਇਹ ਚੋਗਾ ਪਸੰਦ ਨਹੀਂ। ਉਹਨਾਂ ਦਾ ਪੱਖ ਸੋ ਉੱਥੇ ਨਾ ਹੀ, ਉਹਨਾਂ ਹੋਰੋਂ ਖਾਣਾ, ਉਹਨਾਂ ਦਾ ਹੋਰ ਹੀ ਖਾਣਾ। ਕੀ ਰੂੜੀਆਂ 'ਤੇ ਜਾ ਕੇ ਬੈਠਣਾ, ਮੱਛੀਆਂ ਖਾਣੀਆਂ। ਬੱਗ ਡੱਡੀ ਮੱਛੀ ਭਾਲਣ ਜਾਵੇ, ਉਹਨਾਂ ਨੇ ਉਹ ਖਾਣਾ। ਫਿਰ ਉਹਨਾਂ ਦੇ ਇੱਥੇ ਜੀਅ ਕਿੱਥੋਂ ਲੱਗੇਗਾ? ਥੋੜਾ ਘਣਾ ਸਹਿਮ, ਔਖੇ ਸੌਖੇ ਬਹਿ ਜਾਣਗੇ। ਫਿਰ ਟਾਈਮ ਪੁੱਛਣਗੇ ਇਹ ਕਿੰਨੇ ਵਜੇ ਭੋਗ ਪਊਗਾ? ਇਹ ਬਾਬਾ ਸਮਾਪਤੀ ਨਹੀਂ ਕਰਦਾ। ਕੀ ਗੱਲ ਹੋ ਗਈ ਅੱਜ, ਬਹੁਤ ਚਿਰ ਲਾਤਾ। ਕਹੋ ਸਤਿਨਾਮ। ਉਹ ਕੀ ਕਰਨ ਵਿਚਾਰੇ, ਉਹਨਾਂ ਜੀਅ ਨਹੀਂ ਲੱਗਦਾ ਉੱਥੇ। ਕਹੋ ਸਤਿਨਾਮ ਸ੍ਰੀ। ਉਹਨਾਂ ਦਾ ਪੱਖ ਸੋ ਉੱਥੇ ਨਾ ਹੀ, ਉਹਨਾਂ ਹੋਰੋਂ ਖਾਣਾ। ਇਸ ਕਰਕੇ ਭਾਈ ਕੀ ਕਰੀਏ, ਇਹਨੂੰ ਕਿਵੇਂ ਸਮਝਾਈਏ? ਹੁਣ ਉਹ ਚਲਿਆ ਗਿਆ। ਚੋਏ ਨੇ ਸੋਏ ਨਾ ਪਾਈਐ, ਚੁਣ ਚੁਣ ਖਾਵੈ ਘਾਸ। ਲੋਹਾ ਮਾਰਨ ਪਾਈਐ, ਲੋਹੇ ਨੂੰ ਮਾਰਨ ਹੁੰਦਾ ਹੈ। ਇੱਕ ਤਾਂ ਹੁੰਦਾ ਮਾਰਨਾ, ਗਰਮ ਕਰਕੇ ਥੋੜੇ ਨਾਲ ਕੁੱਟਣਾ, ਅਤੇ ਜਿੰਨਾ ਮਰਜ਼ੀ ਲੋਹੇ ਨੂੰ ਗਰਮ ਕਰਕੇ ਕੁੱਟ ਲਓ, ਜਿੰਨਾ ਮਰਜ਼ੀ ਕੁੱਟ ਲਓ, ਜਿੰਨਾ ਮਰਜ਼ੀ ਕੁੱਟ ਲਓ, ਉਹ ਕਪਾਹ ਵਰਗਾ ਪੋਲਾ ਨਹੀਂ ਹੁੰਦਾ। ਕਹੋ ਸਤਿਨਾਮ ਸ੍ਰੀ। ਕਪਾਹ ਵਰਗਾ ਨਹੀਂ ਬਣਦਾ ਉਹ, ਠੰਡਾ ਹੋ ਕੇ ਫਿਰ ਉਹੋ ਜਿਹਾ ਹੋ ਜਾਊਗਾ। ਥੋੜ੍ਹਾ ਚਿਰ ਇੱਥੇ ਗੱਲਾਂ ਸੁਣੀਆਂ ਅਤੇ ਥੋੜ੍ਹਾ ਮਨ ਸਿੱਧਾ ਹੁੰਦਾ, ਗੇਟ ਤੋਂ ਬਾਹਰ ਟੱਪ ਕੇ ਫਿਰ ਉਹੋ ਜਿਹਾ ਹੋ ਜਾਂਦਾ। ਕਹੋ ਸਤਿਨਾਮ ਸ੍ਰੀ। ਲੋਹੇ ਨੂੰ ਜਿੰਨਾ ਮਰਜ਼ੀ ਕੁੱਟ ਲਈਏ, ਕਪਾਹ ਨਹੀਂ ਬਣਦਾ। ਇੰਨੀਆਂ ਉਦਾਹਰਨਾਂ ਦੇ ਕੇ ਮਕਸਦ ਸੀ ਬਾਬਾ ਜੀ ਦਾ, ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਅਤੇ ਭਾਈ ਇਹੋ ਜਿਹੇ ਮੂਰਖਾਂ ਦੀ ਇਹ ਹਾਲਤ ਹੈ, ਇਹਨਾਂ ਨੂੰ ਕੀ ਕਹੀਏ? ਇਹ ਦਇਆਵਾਨ ਹੋ ਕੇ ਨਹੀਂ ਚੱਲਦਾ। ਇਹ ਮਨੁੱਖ ਜਿਹੜਾ ਹੈ ਲੋਹੇ ਵਰਗਾ ਹੈ, ਅਤੇ ਲੋਹੇ ਵਰਗਾ ਭਾਵ ਕਰੋਧੀ, ਵਿਸ਼ੇ ਵਿਕਾਰੀ। 5 ਹੀ ਵਿਕਾਰਾਂ ਨੂੰ 5 ਉਦਾਹਰਨਾਂ ਵਿੱਚ ਪਾਤਸ਼ਾਹ ਨੇ ਰੱਖ ਦਿੱਤਾ ਹੈ। ਕਹੋ ਸਤਿਨਾਮ ਸ੍ਰੀ। ਇਸ ਕਰਕੇ ਲੋਹੇ ਦਾ ਮਤਲਬ ਹੈ ਕਠੋਰ, ਕਰੋਧੀ ਬੰਦਾ। ਉਹਨੂੰ ਜਿੰਨਾ ਮਰਜ਼ੀ ਗਿਆਨ ਦੇ ਲਓ, ਉਹ ਦਇਆ ਵਿੱਚ ਨਹੀਂ ਆਉਂਦਾ ਗਾ। ਇਸ ਕਰਕੇ ਨਾਨਕ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਉਹ ਦੂਜਿਆਂ ਨੂੰ ਨਾਸ਼ ਕਰਨ ਵਾਲੇ ਬਚਨ ਹੀ ਬੋਲਦੇ ਹਨ। ਤਾਂ ਫਿਰ ਸਿੱਖਾਂ ਨੇ ਪੁੱਛਿਆ, ਪਿੰਡ ਵਾਲਿਆਂ ਨੇ, ਨਗਰ ਨਿਵਾਸੀਆਂ ਨੇ, ਮਹਾਰਾਜ ਪਰਮੇਸ਼ਰ ਦੇ ਨਾਲ ਫਿਰ ਮਿਲਾਪ ਕਿਵੇਂ ਹੋ ਸਕਦਾ ਹੈ?
ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਸਿੱਖੋ ਮਹੱਲਾ ਪਹਿਲਾ। ਕਹਿਆ ਕੰਚਨ ਟੁੱਟੈ ਸਾਰ। ਕਹਿਣ ਲੱਗੇ ਸੋਨੇ ਦਾ ਗਹਿਣਾ, ਕਾਂਸ਼ੀ ਦਾ ਬਰਤਨ, ਲੋਹੇ ਦਾ ਸ਼ਾਸਤਰ, ਇਹ ਟੁੱਟ ਜਾਵੇ ਤੇ ਇਹਨਾਂ ਨੂੰ ਜੋੜਨ ਵਾਲਾ ਕੌਣ ਹੈ? ਬਰਤਨ ਨੂੰ ਜੋੜਨ ਵਾਲਾ ਠਠਿਆਰਾ ਕਾਂਸੀ ਨੂੰ ਜੋੜ ਲੈਂਦਾ ਹੈ। ਸੁਨਿਆਰਾ ਸੋਨੇ ਦੇ ਟੁੱਟੇ ਟਾਂਕੇ ਨੂੰ ਟਾਂਕਾ ਲਾ ਕੇ ਜੋੜ ਦਿੰਦਾ। ਲੋਹਾਰ ਜਿਹੜਾ ਹੈ ਉਹ ਲੋਹੇ ਨੂੰ ਅੱਗ ਵਿੱਚ ਪਾ ਕੇ ਦੁਬਾਰਾ ਸੇਕ ਲਾ ਕੇ ਜੋੜ ਲਾ ਦਿੰਦਾ। ਅੱਜ ਕੱਲ੍ਹ ਤਾਂ ਵੈਲਡਿੰਗ ਆ ਗਈ। ਪਹਿਲਾਂ ਦੂਜੋਂ ਵਧਾ ਘਟਾ ਕੇ ਵਿੱਚ ਵਿੰਗਾ ਟੇਢਾ ਕਰਕੇ ਠੋਕ ਦਿੰਦੇ ਤੇ ਉਹ ਕੁੱਟ ਦਿੰਦੇ ਤੇ ਜੁੜ ਜਾਂਦਾ ਲੋਹਾ। ਲੋਹਾਰ ਟੁੱਟੇ ਲੋਹੇ ਨੂੰ ਜੋੜ ਸਕਦਾ ਹੈ। ਭਾਵ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਕਹਿਆ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਇਹਨਾਂ ਤਿੰਨਾਂ ਨੇ ਅੱਗ ਵਰਤੀ ਆ। ਅੱਗ ਦੀ ਬੜੀ ਲੋੜ ਹੈ ਤਿੰਨਾਂ ਚੀਜ਼ਾਂ ਨੂੰ ਜੋੜਨ ਵਾਸਤੇ, ਟੁੱਟੀਆਂ ਨੂੰ। ਤਾਂ ਲੋਹਾਰ ਜਿਹੜਾ ਹੈ, ਸੁਨਾਰਾ ਜਿਹੜਾ ਹੈ, ਠਠਿਆਰਾ ਜਿਹੜਾ ਹੈ, ਅੱਗ ਦੇ ਰਾਹੀਂ ਇਹਨਾਂ ਨੂੰ ਜੋੜ ਲੈਂਦਾ ਹੈ। ਅੱਗੇ ਪਾਤਸ਼ਾਹ ਕਹਿੰਦੇ ਗੋਰੀ ਸੇਤੀ ਟੁੱਟੈ ਪਾਤਾਰ, ਪੁੱਤੀ ਗੰਢ ਪਵੈ ਸੰਸਾਰ। ਅਸੀਂ ਇਸ ਦਾ ਅਰਥ ਇਹੋ ਕੀਤਾ ਅੱਜ ਤੱਕ ਵੀ ਜਦ ਪੁੱਤ ਹੋ ਜਾਂਦਾ ਹੈ ਤੇ ਸੰਸਾਰ ਦੇ ਵਿੱਚ ਅੱਗੇ ਪੀੜ੍ਹੀ ਚੱਲ ਪੈਂਦੀ ਆ। ਇਹ ਵੀ ਠੀਕ ਆ। ਇੱਕ ਹੋਰ ਵੀ ਨਵੀਂ ਗੱਲ ਸਾਹਮਣੇ ਆਈ। ਜੇ ਕਿਤੇ ਪਤੀ ਪਤਨੀ 'ਚ ਫਰਕ ਪੈ ਜਾਵੇ, ਗੁੱਸਾ ਗਿੱਲਾ ਵੱਧ ਜਾਵੇ, ਤੇ ਜਦੋਂ ਬੱਚਾ ਹੋ ਜਾਂਦਾ ਦੋਨਾਂ ਦਾ ਪਿਆਰ ਫਿਰ ਪੈ ਜਾਂਦਾ। ਕਹੋ ਸਤਨਾਮ ਸ੍ਰੀ। ਬੱਚਾ ਦੋਨਾਂ ਨੂੰ ਜੋੜ ਲੈਂਦਾ, ਵਿਛੜਿਆਂ ਨੂੰ ਬੱਚਾ ਜੋੜ ਲੈਂਦਾ। ਕਿਉਂਕਿ ਬੱਚਾ ਦੋਨੇ ਪਾਸੇ ਜੁੜਿਆ। ਬੱਚੇ ਨੂੰ ਮਾਂ ਵੀ ਚਾਹੀਦੀ ਹੈ, ਬੱਚੇ ਨੂੰ ਪਿਓ ਵੀ ਚਾਹੀਦਾ। ਕਹੋ ਸਤਨਾਮ ਸ੍ਰੀ। ਗੋਰੀ ਸੇਤੀ ਟੁੱਟੈ ਪਤਾਰ। ਗੋਰੀ ਦਾ ਮਤਲਬ ਇਸਤਰੀ, ਬੀਬੀ, ਤੇ ਪਤਾਰ ਦਾ ਮਤਲਬ ਪਤੀ। ਜੇ ਕਹਿੰਦੇ ਪਤੀ ਇਸਤਰੀ ਨਾਲੋਂ ਟੁੱਟ ਜਾਵੇ, ਇਹਨਾਂ ਦਾ ਕੋਈ ਫਰਕ ਪੈ ਜਾਵੇ ਆਪਸ ਵਿੱਚ, ਤਾਂ ਬੱਚੇ ਕਰਕੇ ਫਿਰ ਜੁੜ ਜਾਂਦੇ ਆ ਜਦ ਇਹਨਾਂ ਦੇ ਘਰ ਬੱਚਾ ਪੈਦਾ ਹੋ ਜਾਵੇ। ਉਦਾਹਰਨਾਂ ਦੇਖੋ। ਹੁਣ ਸਿੱਖਾਂ ਨੇ ਕੀ ਪੁੱਛਿਆ ਕਿ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਕਿਵੇਂ ਹੋਵੇਗਾ। ਕਾਂਸੀ ਦਾ ਭਾਂਡਾ ਟੁੱਟ ਗਿਆ, ਅਗਨੀ ਦੇ ਨਾਲ ਠਠਿਆਰੇ ਨੇ ਜੋੜਤਾ। ਸੋਨਾ ਟੁੱਟ ਗਿਆ ਗਹਿਣਾ, ਉਹਨੂੰ ਸੁਨਿਆਰੇ ਨੇ ਜੋੜਤਾ ਅੱਗ ਲੈ ਕੇ। ਲੋਹਾ ਟੁੱਟਿਆ, ਲੋਹਾਰ ਨੇ ਜੋੜਤਾ। ਪਤੀ ਪਤਨੀ ਟੁੱਟ ਗਏ ਤੇ ਬੱਚੇ ਨੇ ਜੋੜਤਾ, ਕਿਉਂਕਿ ਬੱਚਾ ਦੋਨਾਂ ਦੀ ਅੱਗ ਹੈ। ਕਹੋ ਸਤਨਾਮ ਸ੍ਰੀ। ਦੋਨਾਂ ਦੀ ਅੱਗ ਹੈ, ਦੋਨਾਂ ਤੋਂ ਪੈਦਾ ਹੋਇਆ। ਗੋਰੀ ਸੇਤੀ ਟੁੱਟੈ ਪਾਤਾਰ, ਪੁੱਤੀ ਗੰਢ ਪਵੈ ਸੰਸਾਰ। ਇਹ ਵੀ ਗੱਲ ਠੀਕ ਆ ਕਿ ਬੱਚੇ ਹੁੰਦੇ ਆ ਤੇ ਅੱਗੇ ਸਾਡੀ ਪੀੜ੍ਹੀ ਚੱਲਦੀ ਹੈ। ਸੰਸਾਰ ਦੇ ਵਿੱਚ ਸਾਡਾ ਅਗਲੀ ਲਾਈਨ ਚੱਲ ਪੈਂਦੀ ਹੈ, ਸੰਸਾਰ ਨਾਲ ਮਿਲਾਪ ਹੋ ਜਾਂਦਾ। ਤਾਂ ਅੱਗੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਹੀ ਸਿੱਖੋ। ਰਾਜਾ ਮੰਗੈ ਦਿੱਤੈ ਗੰਢ ਪਾਏ। ਹੁਣ ਰਾਜੇ ਨਾਲ ਜਨਤਾ ਦੀ ਗੰਢ ਕਾਹਦੇ ਵਾਸਤੇ ਆ? ਜਨਤਾ ਨੂੰ ਚਾਹੀਦਾ ਰਾਜਾ ਦੇਵੇ ਤਾਂ ਸਾਡਾ ਸੰਬੰਧ ਹੈ। ਜੇ ਨਹੀਂ ਦਿੰਦਾ ਤੇ ਫਿਰ ਆਹ ਵੋਟਾਂ ਨੇ ਕੰਮ ਕਰ ਹੀ ਦਿੱਤਾ। ਕਹੋ ਸਤਨਾਮ ਸ੍ਰੀ। ਸੰਸਾਰ ਜਿਹੜੀ ਜਨਤਾ ਹੈ ਉਹ ਜਨਤਾ ਚਾਹੁੰਦੀ ਆ ਕਿ ਰਾਜਾ ਸਾਨੂੰ ਕੁਝ ਦੇਵੇ, ਕਿਉਂਕਿ ਰਾਜਾ ਸਾਥੋਂ ਟੈਕਸ ਵੀ ਲੈਂਦਾ ਤੇ ਰਾਜੇ ਦਾ ਹੱਕ ਵੀ ਹੈ, ਰਾਜੇ ਦਾ ਫਰਜ਼ ਵੀ ਹੈ ਕਿ ਆਪਣੀ ਜਨਤਾ ਦਾ ਖਿਆਲ ਰੱਖੇ। ਰੱਬ ਨੇ ਰਾਜੇ ਨੂੰ ਆਪਣਾ ਦੂਜਾ ਰੂਪ ਦੇ ਕੇ ਭੇਜਿਆ। ਕਹੋ ਸਤਨਾਮ ਸ੍ਰੀ। ਜਿਵੇਂ ਮਾਂ ਵੀ ਘਰ ਦਾ ਪਰਿਵਾਰ ਦਾ ਮੁਖੀ ਹੈ, ਮਾਂ ਵੀ ਰੱਬ ਦਾ ਰੂਪ ਹੈ। ਜਿਵੇਂ ਆ ਧਰਤੀ ਸਾਨੂੰ ਭੋਜਨ ਦਿੰਦੀ ਆ ਪੈਦਾ ਕਰਕੇ, ਮਾਂ ਬਣਾ ਕੇ ਦਿੰਦੀ ਆ ਰਸੋਈ 'ਚ। ਮਾਤਾ ਵੀ ਇੱਕ ਮਾਂ ਹੈ, ਧਰਤੀ ਵੱਡੀ ਮਾਂ ਹੈ, ਉਹ ਛੋਟੀ ਮਾਂ ਹੈ। ਕਹੋ ਸਤਨਾਮ ਸ੍ਰੀ। ਮਾਂ ਤਾਂ ਰੱਬ ਦਾ ਰੂਪ ਵੀ ਆ ਦੂਜਾ। ਤੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਰਾਜੇ ਦੇ ਨਾਲ ਤਾਂ ਗੰਢ ਪੈਂਦੀ ਆ ਸਾਡੀ ਜਨਤਾ ਦੀ, ਜੇ ਰਾਜਾ ਸੰਸਾਰ ਨੂੰ ਕੁਝ ਦੇਵੇ। ਜੇ ਰਾਜਾ ਧਨ ਦੀ ਵਸੂਲੀ ਕਰੀ ਜਾਵੇ ਤੇ ਜਨਤਾ ਨੂੰ ਕੁਛ ਦੇਵੇ ਨਾ, ਫਿਰ ਜਨਤਾ ਤੇ ਰਾਜੇ ਦੀ ਟੁੱਟ ਜਾਂਦੀ ਆ। ਕਹੋ ਸਤਨਾਮ ਸ੍ਰੀ। ਰਾਜਾ ਮੰਗੈ ਦਿੱਤੈ ਗੰਢ ਪਾਏ, ਭੁੱਖਿਆਂ ਗੰਢ ਪਵੈ ਜਾਂ ਖਾਏ।
ਤੇ ਬਈ ਭੁੱਖਿਆ ਤਾਂ ਹੀ ਪਿਆਰ ਕਰੂਗਾ ਜੇ ਤੁਸੀਂ ਉਹਨੂੰ ਕੋਈ ਚਾਰ ਪ੍ਰਸ਼ਾਦੇ ਛਕਾ ਦਿਓ। ਕੋਈ ਸਤਨਾਮ ਸ੍ਰੀ, ਉੱਥੇ ਵੀ ਅੱਗ ਹੈ, ਉਹਦੀ ਭੁੱਖ ਦੀ ਅੱਗ ਹੈ। ਤੁਸੀਂ ਚਾਰ ਰੋਟੀਆਂ ਦੇਤੀਆਂ, ਉਹਦੀ ਭੁੱਖ ਦੀ ਅੱਗ ਠੰਡੀ ਹੋ ਗਈ, ਤਾਂ ਉਹਦਾ ਵੀ ਤੁਹਾਡੇ ਨਾਲ ਪਿਆਰ ਪੈ ਗਿਆ। ਕਹੋ ਸਤਨਾਮ ਸ੍ਰੀ। ਭੁੱਖਿਆਂ ਗੰਢ ਪਵੇ ਜਾਂ ਖਾਏ, ਪਦਾਰਥ ਲੈਣ ਕਰਕੇ ਭੁੱਖੇ ਪੁਰਸ਼ ਉਹਨਾਂ ਨੂੰ ਪਦਾਰਥ ਖਾਣ ਨੂੰ ਦੇ ਦਈਏ ਤੇ ਉਹਨਾਂ ਨਾਲ ਸਾਡੀ ਦੋਸਤੀ ਬਣ ਜਾਂਦੀ ਹੈ। ਕਾਲਾ ਗੰਢ ਨਦੀਆਂ ਮੀਂਹ ਝੋਲ, ਕਾਲ ਪੈ ਗਿਆ, ਮੀਂਹ ਨਹੀਂ ਪੈ ਰਿਹਾ, ਵਰਖਾ ਨਹੀਂ ਪੈ ਰਹੀ, ਪਰ ਉਸ ਆਕਾਸ਼ ਦੇ ਨਾਲ ਸਾਡਾ ਕਦੋਂ ਪਿਆਰ ਪੈ ਗਿਆ? ਜਦੋਂ ਉਹਨੇ ਮੀਂਹ ਪਾ ਦਿੱਤਾ। ਜਦੋਂ ਮੀਂਹ ਵਰ ਗਿਆ ਜਾਂ ਨਦੀਆਂ ਆ ਗਈਆਂ, ਪਾਣੀ ਵਹਿ ਗਿਆ, ਪਾਣੀ ਵਰ ਗਿਆ, ਫਿਰ ਸਾਡਾ ਇੰਦਰ ਦੇ ਨਾਲ ਵੀ ਦੋਸਤੀ ਹੈ। ਜੇ ਮੀਂਹ ਪਾਉਂਦਾ, ਨਹੀਂ ਵੀ ਪਾਉਂਦਾ ਤਾਂ ਇੱਥੇ ਆ ਕਿਲ੍ਹਾ ਸਾਹਿਬ ਦੇ ਵਿੱਚ, ਬਠਿੰਡੇ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਆਏ। ਜਦੋਂ ਨਗਰ ਨੇ ਪੁੱਛਿਆ ਵੀ ਤੁਹਾਨੂੰ ਕੋਈ ਤਕਲੀਫ ਹੈ ਭਾਈ, ਦੁੱਖ ਦੱਸੋ ਕੋਈ? ਕਹਿੰਦੇ ਜੀ ਲੰਮਾ ਸਮਾਂ ਕਾਲ ਪੈ ਜਾਂਦਾ, ਮੀਂਹ ਨਹੀਂ ਪੈਂਦੇ, ਪਾਣੀ ਨਹੀਂ ਮਿਲਦਾ, ਨਦੀਆਂ ਹੈ ਨਹੀਂ ਹੈਗੀਆਂ, ਇੱਥੇ ਫਸਲਾਂ ਨਹੀਂ ਹੁੰਦੀਆਂ। ਕਹਿੰਦੇ ਕੋਈ ਨਹੀਂ, ਕਾਲ ਟੁੱਟ ਜੂਗਾ, ਇਸ ਤੋਂ ਬਾਅਦ ਕਾਲ ਨਹੀਂ ਪੈਣਗੇ ਇੱਥੇ। ਨਹੀਂ ਮਹਾਰਾਜ ਤੁਸੀਂ ਜਲਦੀ ਤੋੜੋ। ਅਤੇ ਪਾਤਸ਼ਾਹ ਕੋਲੇ ਬੈਠੇ ਡੱਲੇ ਨੂੰ ਕਹਿੰਦੇ ਡੱਲਿਆ ਆ ਮਾਰ ਚਾਰ ਜੁੱਤੀਆਂ ਇੰਦਰ ਦੇ, ਮੀਂਹ ਪਾਵੇ। ਕਹੋ ਸਤਨਾਮ ਸੀ। ਭਾਈ ਡੱਲੇ ਨੇ ਬਚਨ ਮੰਨ ਕੇ 4 ਵਾਰੀ ਉੱਪਰ ਨੂੰ ਜੁੱਤੀ ਮਾਰ ਕੇ ਕਿਹਾ ਓਏ ਮੀਂਹ ਪਾ, ਗੁਰੂ ਸਾਹਿਬ ਦਾ ਹੁਕਮ ਹੈ। ਉਸੇ ਵੇਲੇ ਇੱਕ ਬਦਲੀ ਜੀ ਆਈ ਅਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਕਹੋ ਸਤਨਾਮ ਸ੍ਰੀ। ਸੋ ਧਰਤੀ ਦਾ ਆਕਾਸ਼ ਨਾਲ ਮਿਲਾਪ ਹੁੰਦਾ ਮੀਂਹ ਕਰਕੇ, ਉੱਤੋਂ ਮੀਂਹ ਆਵੇ ਧਰਤੀ ਹਰਿਆਲੀ ਹੁੰਦੀ ਹੈ। ਇਸੇ ਤਰ੍ਹਾਂ ਹੀ ਗੰਢ ਪ੍ਰੀਤੀ ਮਿੱਠੇ ਬੋਲ, ਸਾਡਾ ਆਪਸ ਵਿੱਚ ਪਿਆਰ ਹੈ। ਇੱਕ ਦਿਨ ਮਿੱਠਾ ਬੋਲਾਂਗੇ, ਕੌੜਾ ਬੋਲਾਂਗੇ ਤੇ ਫਿਰ ਕੌਣ ਕਿਹਨੂੰ ਬੁਲਾਉਂਦਾ? ਤੂੰ ਕੌਣ ਤੇ ਮੈਂ ਕੌਣ? ਜੇ ਆਪਾਂ ਕਿਸੇ ਨੂੰ ਗੁੱਸੇ 'ਚ ਬੋਲੀਏ ਫਿਰ ਕੀ ਲੈ ਲਾਂਗੇ ਕਿਸੇ ਤੋਂ? ਕਹੋ ਸਤਨਾਮ ਸ੍ਰੀ। ਗੰਢ ਪ੍ਰੀਤੀ ਮਿੱਠੇ ਬੋਲ, ਬੇਦਾਂ ਗੰਢ ਬੋਲੇ ਸੱਚ ਕੋਏ। ਗੁਰੂ ਗ੍ਰੰਥ ਸਾਹਿਬ ਨਾਲ ਦੋਸਤੀ ਪਾਉਣੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਸੱਚ ਬੋਲ। ਜੇ ਇਹਦੇ ਮੁਤਾਬਕ ਚੱਲੋਗੇ ਤਾਂ ਤੁਹਾਡੀ ਦੋਸਤੀ ਗੁਰੂ ਨਾਲ ਪੈ ਜੂਗੀ, ਨਹੀਂ ਫਿਰ ਇਹਦੇ ਮੁਤਾਬਕ ਚੱਲੋਗੇ ਫਿਰ ਤੂੰ ਕੌਣ ਤੇ ਮੈਂ ਕੌਣ? ਕਹੋ ਸਤਨਾਮ ਸ੍ਰੀ। ਸੋ ਸਿੱਖ ਸਕਾ ਬੰਧ ਪੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ। ਵਿਛੜ ਚੋਟਾਂ ਖਾਵੇ, ਬਿਨ ਸਤਿਗੁਰ ਸੋ ਕਦੇ ਨਾ ਪਾਵੇ ਭਾਈ। ਫਿਰ ਪਛੋਤਾਵੇ, ਬੇਦਾਂ ਗੰਢ ਬੋਲੇ ਸੱਚ ਕੋਏ। ਧਾਰਮਿਕ ਗ੍ਰੰਥਾਂ ਦੇ ਨਾਲ ਤੁਸੀਂ ਤਾਂ ਦੋਸਤੀ ਰੱਖ ਸਕਦੇ ਹੋ ਜੇ ਇਹਨਾਂ ਦੇ ਮੁਤਾਬਕ ਚੱਲੋਗੇ। ਚਾਹੇ ਉਹ ਹਿੰਦੂ ਮਤ ਦੇ ਵੇਦ ਹੈ, ਚਾਹੇ ਉਹਨਾਂ ਦਾ ਕੁਰਾਨ ਹੈ, ਅਤੇ ਚਾਹੇ ਸਾਡੇ ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਪਰ ਜੇ ਇਹਨਾਂ ਦੀ ਲਿਖੇ ਬਚਨ ਦੇ ਮੁਤਾਬਕ ਚੱਲਾਂਗੇ ਤਾਂ ਸਾਡੀ ਬਾਣੀ ਨਾਲ ਦੋਸਤੀ ਪੈ ਸਕਦੀ ਆ। ਤਾਂ ਮੋਇਆਂ ਗੰਢ ਨੇਕੀ ਸੱਤ ਹੋਏ। ਕਹਿਣ ਲੱਗੇ ਮਰਿਆਂ ਨੂੰ ਸੰਸਾਰ ਕਦੋਂ ਯਾਦ ਕਰਦਾ ਹੈ? ਜਦੋਂ ਦੁਨੀਆ ਚੰਗੇ ਕੰਮ ਕਰਕੇ ਜਾਂਦੇ ਆ, ਅਤੇ ਜਿਹੜੇ ਮਾੜੇ ਕੰਮ ਕਰਨ ਵਾਲੇ ਉਹਨੂੰ ਕਹਿੰਦੇ ਅਸੀਂ ਚੰਗਾ ਹੋ ਗਿਆ, ਮਗਰੋਂ ਲੱਥਾ ਬੜਾ ਦੁੱਖ ਦਿੱਤਾ ਸੀ। ਕਹੋ ਸਤਨਾਮ ਸੀ। ਨੇਕੀ ਕਰਨ ਵਾਲਿਆਂ ਦੁਨੀਆ ਯਾਦ ਕਰਦੀ ਆ। ਮੋਇਆਂ ਗੰਢ ਵਰਤੇ ਸੰਸਾਰ, ਮੂਰਖ ਗੰਢ ਪਵੇ ਮੋਹਿ ਮਾਰ। ਅਤੇ ਮੂਰਖ ਤਾਂ ਪਿਆਰ ਕਰਦਾ ਜੇ ਉਹਦੇ ਦੋ ਪੈ ਜਾਣ। ਐਵੇਂ ਤਾਂ ਮੂਰਖ ਕੇ ਦੁਖੀ ਦਿੰਦਾ ਨਾ, ਅਤੇ ਜਦੋਂ ਉਸ ਦੇ ਕਹਿੰਦੇ ਦੋ ਪੈ ਜਾਣ ਮੂੰਹ 'ਤੇ ਫਿਰ ਉਹ ਸਿੱਧਾ ਹੋ ਜਾਂਦਾ ਹੈ। ਨਾਨਕ ਆਖੈ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਗੁਰੂ ਦੇ ਨਾਲ ਦੋਸਤੀ ਪਾਉਣੀ ਹੈ, ਪਰਮੇਸ਼ਰ ਦੋਸਤੀ ਪਾਉਣੀ ਹੈ ਤਾਂ ਸਿਫਤ ਕਰਿਆ ਕਰੋ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਖੈਰ ਵਿਚਾਰਾ ਇੱਥੇ ਰੋਕਦੇ ਹਾਂ। ਅੱਜ ਆਪਾਂ ਦੇਸੀ ਨਵੇਂ ਸਾਲ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨਾ ਹੈ। ਗੁਰੂ ਕਿਰਪਾ ਕਰਨਗੇ। ਆਓ ਆਨੰਦ ਸਾਹਿਬ ਜੀ ਦਾ ਪਾਠ ਕਰੀਏ। ਇਸ ਦੀ ਪੌੜੀ ਜਿਹੜੀ ਹੈ ਇਹਦੇ ਬਾਰੇ ਆਪਾਂ ਅਗਲੇ ਦਿਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਅਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ